ਗੁਰੂ ਰੂਪ ਪਿਆਰੇ ਸਾਧ ਸੰਗਤ ਜੇ ਸਜ ਜਾਓ। ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। श्री वाहिगुरु साहिब जी। हम चाकर गोबिंद के ठाकुर मेरा पारा। करण करावण सगल विध सो सतगुरु हमारा। एक मन पुरख ध्याए बार दाता। संत सहार सदा बिख्याता। तास चरण लै हृदय बसावो। तो परम गुरु नानक गुण गावो। गावो गुण परम गुरु सुख सागर। दुर्त निवारण शब्द सरे। गावे है गंभीर तीर मत सागर। जोगी जंगम ध्यान धरे। गावे है इंद्राद भगत प्रहलाद का। आत्म रस जिन जान्यो। कब कल सुजस गावो गुर नानक। राज जोग जिन माण्यो। कब कल सुजस गावो गुर नानक। राज जोग जिन माण्यो। हर प्रभ स्वामी कृपा धारो। हम हर हर सेवा लागी। नानक दासन दास करहो प्रभ। हम हर कथा कथागी। तेरे गुण बहुते मैं एक ना जानिया। मैं मूरख किछ दीजै।
ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁਬਦਾ ਪੱਥਰ ਲੀਜੈ, ਮੁਖ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ। ਕਰਤ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹ ਬਾਂਧਾ ਚੋਰ। ਕਰਤ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹ ਬਾਂਧਾ ਚੋਰ। ਰਾਮ ਰਮ ਸੋਈ ਰਾਮਾਣਾ, ਜਲ ਥਲ ਮਹੀਅਲ ਏਕ ਸਮਾਣਾ। ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਂਧਾ ਝੂਟਾ ਖਾਵੈ। ਅਨੇਕ ਪੜਦੇ ਮਹਿ ਕਮਾਵੈ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਚਵਰ ਸ਼ਤਰ ਤਖਤ ਕੇ ਮਾਲਕ, ਗੁਰਤਾ ਤੇ ਸੁਭਾਇਮਾਨ। ਕਲਯੁਗ ਜਹਾਜ ਬਾਣੀ ਸ਼ਬਦਾ ਅਵਤਾਰ। ਪੀਰਾਨ ਪੀਰ ਮੀਰਾਨ ਮੀਰ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਜਗਤਰ ਗੁਰੂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰੂ ਪਾਤਸ਼ਾਹ ਜੀ ਦੇ ਸੋਹਣੇ ਦਰਬਾਰ, ਮਹਾਨ ਪਵਿੱਤਰ ਸਥਾਨ
ਜਿਥੇ ਬਾਜਾ ਵਾਲੇ ਮਾਹੀ ਚੋਜੀ ਪਿਆਰੇ, ਬੰਦੁਕਧਾਰੀ ਪਰ ਉਪਕਾਰੀ ਸਤਿਗੁਰੂ ਵਾਲੀਏ ਦੋ ਜਹਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਸ ਸਥਾਨ ਉੱਤੇ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਦਰੇਡਿਆਂ ਤੋਂ ਆ ਕੇ ਗੁਰੂ ਪਾਤਸ਼ਾਹ ਜੀ ਦੇ ਸੋਹਣੇ ਦੀਦਾਰੇ ਦਰਸ਼ਨ ਕਰ ਰਹੇ ਹੋ। ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਬਹਿ ਕਰਕੇ ਸਤ ਸੰਗਤ ਦਾ ਲਾਹਾ ਮਾਣ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਅਪਰਪਾਰ ਕਿਰਪਾ ਸਦਕਾ ਸੋਹਣਾ ਸਤ ਸੰਗਤ ਕਰਨ ਦਾ ਇਹ ਸੁਭਾਗਾ ਸਮਾਂ, ਇਹ ਘੜੀ ਸਾਨੂੰ ਪ੍ਰਾਪਤ ਹੋਈ ਹੈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੰਸਾਰ ਵਿੱਚ ਪਤਾ ਨਹੀਂ ਕੋਈ ਜੀ ਕਿਧਰੇ ਤੁਰਿਆ ਫਿਰਦਾ, ਕੋਈ ਸਾਧ ਸੰਗਤ ਜੀ ਕਿੰਨੇ ਕੁ ਜੀ ਹੁਣ ਕਰੇ ਹੋਣਗੇ, ਕਿੰਨੇ ਕੁ ਭਾਈ ਸੁੱਤੇ ਹੋਣਗੇ, ਕਿਸੇ ਦਾ ਸਾਨੂੰ ਕੋਈ ਖਿਆਲ ਨਹੀਂ। ਪਰ ਜਿਹੜੇ ਭਾਈ ਸਤ ਸੰਗਤ ਵਿੱਚ ਆ ਕੇ ਬਹਿ ਗਏ, ਜਿਹੜੇ ਸਤ ਸੰਗਤ ਵਿੱਚ ਆ ਕੇ ਹਾਜ਼ਰ ਹੋ ਗਏ, ਉਹਨਾਂ ਦੇ ਉੱਤੇ ਪਾਤਸ਼ਾਹ ਜੀ ਨੇ ਜਾਣ ਲਓ ਬੜੀ ਕਿਰਪਾ ਕਰ ਲਈ। ਕਿਸੀ ਨੇ ਸੋਹਣਾ ਆਖਿਆ ਹੈ, ਸਤ ਸੰਗਤ ਸੁਖ ਪਲਕ ਜੇ, ਸਕਤ ਨਾ ਤਾਸ ਸਮਾਨ, ਬ੍ਰਹਮਾਦਿਕ ਇੰਦਰਾਦ ਭਵ, ਨਿਪਟ ਅਲਪ ਏ ਜਾਨ। ਆਓ ਇੱਕ ਪਲਕ ਦਾ ਸਮਾਂ ਵੀ ਜੇਕਰ ਕਿ ਸਤ ਸੰਗਤ ਅੰਦਰ ਸਾਧ ਸੰਗਤ ਜੀ ਸਾਨੂੰ ਪ੍ਰਾਪਤ ਹੋ ਜਾਵੇ, ਥੋੜਾ ਜਿਹਾ ਵੀ ਸਮਾਂ ਗੁਰੂ ਜੀ ਦੇ ਹਜ਼ੂਰੀ ਅੰਦਰ ਸਾਨੂੰ ਬਹਿਣ ਨੂੰ ਮਿਲ ਜਾਵੇ, ਤੇ ਉਹ ਇਹੋ ਜਿਹਾ ਭਾਈ ਸਮਾਂ ਹੈ, ਇਹੋ ਜਿਹਾ ਸ਼ਕਤੀ ਦੇਣ ਵਾਲਾ ਉਹ ਪਵਿੱਤਰ ਸਮਾਂ ਹੈ ਜਿਹਦੇ ਆਗੇ ਵੱਡੇ ਵੱਡੇ ਰਾਜ ਦੇ ਵੀ ਸੁਖ ਸਾਧ ਸੰਗਤ ਜੀ ਫਿੱਕੇ ਹਨ। ਭਾਵੇਂ ਇੰਦਰਪੁਰੀ ਮਿਲ ਜਾਵੇ, ਬ੍ਰਹਮਪੁਰੀ ਮਿਲ ਜਾਵੇ, ਭਾਵੇਂ ਪਾਉ ਸੰਸਾਰ ਦਾ ਰਾਜ ਮਿਲ ਜਾਵੇ, ਇਹ ਸਾਰੇ ਹੀ ਗੁਰੂ ਪਾਤਸ਼ਾਹ ਜੀ ਦੇ ਭਾਈ ਸਤ ਸੰਗਤ ਆਗੇ ਫਿੱਕੇ ਹਨ। ਇਹ ਸਾਰੇ ਹੀ ਵਿਅਰਥ ਹਨ, ਤੁੱਛ ਹਨ। ਇੰਨਾ ਵੱਡਾ ਮਹਾਤਮ ਗੁਰੂ ਪਾਤਸ਼ਾਹ ਜੀ ਦੇ ਸਤ ਸੰਗਤ ਦਾ ਹੈ, ਜਿੱਥੇ ਆਪ ਪਾਤਸ਼ਾਹ ਹਾਜ਼ਰ ਹੋ ਕਰਕੇ ਆਪ ਪਾਤਸ਼ਾਹ ਜੀ ਸੰਗਤ ਵਿੱਚ ਵਰਤ ਕਰਕੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਪਾਤਸ਼ਾਹ ਜੀ ਬਈ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਦੇ ਹਨ। ਸੋ ਆਓ ਪਿਆਰੀ ਸਾਧ ਸੰਗਤ ਜੀ, ਜਿੰਨਾ ਕਿ ਸਮਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ, ਉਸ ਸਮੇਂ ਅੰਦਰ ਰਹਿ ਕਰਕੇ ਗੁਰੂ ਜੀ ਦੇ ਪਾਵਨ ਪਵਿੱਤਰ ਦਰ ਦੀ ਨਿਤ ਦੀ ਮਰਿਆਦਾ ਅਨੁਸਾਰ ਲੜੀਵਾਰ ਸ਼ਬਦ ਵਿਚਾਰ ਦੀ ਵਿਆਖਿਆ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਵਿਚਾਰਾਂ ਨਾਲ ਸਾਂਝ ਕਰੀਏ। ਗੁਰੂ ਜੀ ਦੇ ਕਥਨ ਹਨ, ਕਥਾ ਸੁਨਤ ਮਲ ਸਗਲੀ ਖੋਵੈ। ਭਾਈ ਜੇਕਰ ਕੇ ਗੁਰੂ ਪਾਤਸ਼ਾਹ ਜੀ ਦੇ ਜਸ ਨੂੰ ਸਰਵਣ ਕਰੋਗੇ, ਗੁਰੂ ਜੀ ਦੀ ਜਿਹੜੀ ਕਥਾ ਹੈ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋ ਡਿਠੀ। ਬੜੇ ਵਿਰਲੇ ਲੋਕ ਹਨ ਜਿਹੜੇ ਭਾਈ ਕਥਾ ਅੰਦਰ ਆਨੰਦ ਮਾਣ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਪਰ ਸੱਚ ਜਾਣਿਓ, ਇਹ ਸਾਧ ਸੰਗਤ ਜੀ ਗੁਰੂ ਕੀ ਸ਼ਬਦ ਦੀ ਵਿਚਾਰ ਦੀ ਕਥਾ ਹੈ, ਜਿਹੜੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਨਾਲ ਸਾਂਝ ਕਰਵਾ ਕਰਕੇ ਸਾਡਾ ਸ਼ਬਦ ਨਾਲ ਮੇਲ ਕਰਾ ਦਿੰਦੀ ਹੈ। ਤੇ ਜਦੋਂ ਸ਼ਬਦ ਨਾਲ ਮੇਲ ਹੋ ਗਿਆ, ਫਿਰ ਉਸ ਸ਼ਬਦ ਦੇ ਮਾਲਿਕ ਨਾਲ ਵੀ ਮੇਲ ਹੋ ਜਾਂਦਾ। ਸੋ ਗੁਰੂ ਪਾਤਸ਼ਾਹ ਜੀ ਦੀ ਪਾਈ ਪਵਿੱਤਰ ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੀ ਹੀ ਰਸਮਾਂ ਨੂੰ ਕਰੋ ਪਵਿੱਤਰ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੱਜ ਵੱਜ ਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਸਤਿਗੁਰੂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸੋਢੀ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਸ਼ਬਦ ਰਾਹੀਂ ਗੌੜੀ ਰਾਗ ਦੇ ਅੰਦਰ ਬਖਸ਼ੀਸ਼ ਕਰ ਰਹੇ ਹਨ। ਕਰ ਦੋ ਕਰਮ ਦਿਖਾਵੇ ਹੋਰ। ਸੰਸਾਰ ਦੇ ਜੀਆਂ ਦਾ ਕਿਹੋ ਜਿਹਾ ਹਾਲ ਹੈ, ਗੁਰੂ ਪਾਤਸ਼ਾਹ ਜੀ ਸ਼ਬਦ ਅੰਦਰ ਬਿਆਨ ਕਰਦੇ ਹਨ। ਜਿਹੜੇ ਭਾਈ ਸੰਸਾਰ ਅੰਦਰ ਜੀ ਵਿਚਰਦੇ ਤੇ ਸਾਧ ਸੰਗਤ ਜੀ, ਇੱਥੇ ਸੰਸਾਰ ਦੇ ਵਿੱਚ ਇੱਕ ਗੱਲ ਹੈ ਕਿ ਭਾਈ ਕੋਈ ਮਨੁੱਖ ਜਿਹੜਾ ਹੈ ਉਹਦੇ ਅੰਦਰ ਸਾਰੇ ਦੇ ਸਾਰੇ ਗੁਣ ਨਹੀਂ ਹੋ ਸਕਦੇ। ਜੇ ਕਰਕੇ ਗੁਣਾਂ ਨਾਲ ਭਰਪੂਰ ਹੋ ਗਿਆ ਤਾਂ ਭਾਈ ਪਰਮਾਤਮਾ ਦਾ ਹੀ ਸਰੂਪ ਹੋ ਗਿਆ। ਸੋ ਗੁਣਾਂ ਦੀ ਘਾਟ ਸਾਰਿਆਂ ਦੇ ਅੰਦਰ ਹੈ ਤੇ ਕਰੇ ਦੋ ਕਰਮ ਦਿਖਾਵੇ ਹੋਰ। ਹਰ ਇੱਕ ਦਾ ਮਨ ਇਹੋ ਜਿਹਾ ਹੈ, ਮਨ ਅੰਦਰ ਜਿਹੜੀ ਸਾਡੀ ਵਿਚਾਰ ਹੈ, ਮਨ ਅੰਦਰ ਜਿਹੜੀ ਸਾਡੀ ਭਾਵਨਾ ਹੈ, ਉਹ ਸਾਧ ਸੰਗਤ ਜੀ ਕੁਝ ਹੋਰ ਹੀ ਹੈ ਤੇ ਦਿਖਾਵੇ ਹੋਰ, ਲੋਕਾਂ ਨੂੰ ਵਿਖਾਉਣ ਲਈ ਕੁਝ ਹੋਰ ਹੀ ਹੈ। ਇੰਜ ਜਾਣ ਲਓ ਕਿ ਭਾਈ ਆਪਾਂ ਨੇ ਮੁਖ ਦੇ ਉੱਤੇ ਸਾਰੇ ਬਨਾਵਟੀ ਮੁਕੋਟੇ ਪਾ ਲਏ ਤੇ ਸਾਡੀ ਭੀਤਰਲੀ ਜਿਹੜੀ ਸ਼ਕਲ ਹੈ ਉਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ। ਇਹੋ ਜਿਹਾ ਸਾਡਾ ਹਾਲ ਹੈ। ਦੁਸ਼ਕਰਮ ਕਰਕੇ ਭਾਵ ਪੈੜੀ ਮੱਤ ਕਮਾ ਕੇ, ਪੈੜੇ ਕਰਮ ਕਰਕੇ ਤੇ ਲੋਕਾਂ ਨੂੰ ਕੁਝ ਹੋਰ ਹੀ ਵਿਖਾਉਣਾ, ਲੋਕਾਂ ਦੇ ਸਾਹਮਣੇ ਇੰਜ ਵਿਖਾਉਣਾ ਕਿ ਭਾਈ ਅਸੀਂ ਬੜੇ ਧਾਰਮਿਕ ਬੰਦੇ ਹਾਂ, ਬੜੇ ਸਿਆਣੇ ਬੰਦੇ ਹਾਂ, ਤੇ ਹਿਰਦੇ ਅੰਦਰ ਫਿਰ ਉਹੀ ਕਪਟ, ਉਹੀ ਵਿਕਾਰ ਵਾਲੀ ਬੁੱਧੀ, ਉਹੀ ਤੁੱਛ ਬੁੱਧੀ। ਗੁਰੂ ਪਾਤਸ਼ਾਹ ਜੀ ਸਾਨੂੰ ਸੇਧ ਦਿੰਦੇ ਹਨ, ਭਾਈ ਪੁਰਖਾ ਜਿਹੜੇ ਤੂੰ ਇਹ ਲੋਕਾਂ ਦੇ ਆਗੇ ਇਹੋ ਜਿਹੇ ਕਰਮ ਆਪਣੇ ਛੁਪਾ ਕੇ ਰੱਖਦਾ ਹੈ ਤੇ ਲੋਕਾਂ ਦੇ ਸਨਮੁਖ ਇੰਜ ਚੰਗਾ ਬੰਦਾ ਬਣ ਕੇ ਵਿਖਾਉਂਦਾ ਹੈ, ਕੁਛ ਹੋਰ ਹੀ ਭਾਈ ਤੂੰ ਲੋਕਾਂ ਨੂੰ ਜਿਹੜਾ ਵਿਖਾਉਂਦਾ ਹੈ। ਰਾਮ ਕੀ ਦਰਗਾਹ ਬਾਂਧਾ ਚੋਰ। ਇੱਕ ਗੱਲ ਜਾਣ ਲਈ ਕਿ ਜਦੋਂ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਤੇਰਾ ਉੱਥੇ ਨਿਬੇੜਾ ਹੋਣਾ, ਉੱਥੇ ਤੇਰਾ ਹਿਸਾਬ ਕਿਤਾਬ ਹੋਣਾ ਤੇਰੇ ਕੀਤੇ ਹੋਏ ਕਰਮਾਂ ਦਾ, ਉੱਥੇ ਭਾਈ ਤੂੰ ਫੜਿਆ ਜਾਣਾ। ਕਿਵੇਂ? ਚੋਰ ਦੇ ਨਿਆਈ। ਰਾਮ ਕੀ ਦਰਗਾਹ ਬਾਧਾ ਚੋਰ। ਉੱਥੇ ਭਾਈ ਤੈਨੂੰ ਚੋਰ ਜਾਣ ਕਰਕੇ ਫੜ ਲੈਣਾ। ਚਾਰ ਪ੍ਰਕਾਰ ਦੇ ਵਿਦਵਾਨਾਂ ਨੇ ਚੋਰ ਦੱਸੇ। ਇੱਕ ਹੈਗਾ ਧਨ ਦਾ ਚੋਰ, ਜਿਹੜਾ ਸਾਧ ਸੰਗਤ ਜੀ ਕਿਸੇ ਦੇ ਪੈ ਹੈ, ਕਿਸੇ ਦਾ ਧਨ ਉਸ ਤੋਂ ਖੋ ਲੈਂਦਾ। ਇੱਕ ਹੋ ਗਿਆ ਮਨ ਦਾ ਚੋਰ। ਮਨ ਦਾ ਚੋਰ ਕਿਹੜਾ? ਜਿਹੜਾ ਹੁਣੀ ਆਪਾਂ ਨੇ ਵਿਚਾਰਿਆ ਕਿ ਭਾਈ ਲੋਕਾਂ ਨੂੰ ਕੁਛ ਔਰ ਵਿਖਾਉਣਾ ਤੇ ਹਿਰਦੇ ਅੰਦਰ ਕਪਟ ਰੱਖਣਾ, ਹਿਰਦੇ ਅੰਦਰ ਦੂਜੀ ਭਾਵਨਾ ਰੱਖਣੀ। ਜਿਨ੍ਹਾਂ ਨੇ ਆਪਣੇ ਮਨ ਨਾਲ ਹੀ ਠੱਗੀ ਕੀਤੀ ਉਹ ਭਾਈ ਮਨ ਦੇ ਚੋਰ ਹੋ ਗਏ। ਤੇ ਤੀਜੇ ਪ੍ਰਕਾਰ ਦੇ ਚੋਰ ਹਨ ਕਵਿਤਾ ਦੇ ਚੋਰ। ਕਿਸੇ ਦੀ ਕਵਿਤਾ ਚੁਰਾ ਲੈਣੀ, ਜਿਵੇਂ ਕਵੀ ਹੁੰਦੇ ਕਿਸੇ ਦੀ ਬਣਾਈ ਹੋਈ ਕਵਿਤਾ ਨੂੰ ਚੁਰਾ ਲੈਂਦੇ। ਇੰਝ ਹੀ ਭਾਈ ਇੱਕ ਚੋਰ ਹੈ ਨਾਮ ਦੇ, ਜਿਨ੍ਹਾਂ ਨੇ ਕਦੇ ਨਾਮ ਹੀ ਨਹੀਂ ਜਪਿਆ, ਜਿਨ੍ਹਾਂ ਨੇ ਸੰਸਾਰੀ ਵਿਸ਼ੇ ਵਿਕਾਰਾਂ ਨਾਲ ਪ੍ਰੀਤੀ ਕਰ ਲਈ
ਤੇ ਭਾਈ ਉਹ ਨਾਮ ਦੇ ਵੀ ਚੋਰ ਹੋ ਗਏ, ਪਾਓ ਜਿਨ੍ਹਾਂ ਨੇ ਜੀਵਨ ਆਪਣਾ ਵਿਅਰਥ ਕਰ ਲਿਆ। ਸੋ ਇਹ 4 ਪ੍ਰਕਾਰ ਦੇ ਚੋਰ ਹਨ। ਗੁਰੂ ਪਾਤਸ਼ਾਹ ਜੀ ਦਾ ਕਹਿੰਦੇ, ਭਾਈ ਚੋਰ ਕੀ ਹਾਮਾ ਪਰੇ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਪੁਰਖਾ ਕਿਸੇ ਨੇ ਤੇਰੀ ਪੱਤ ਨਹੀਂ ਰੱਖਣੀ ਜੇ ਕਰਕੇ ਤੂੰ ਉੱਥੇ ਦਰਗਾਹ ਵਿੱਚ ਫੜਿਆ ਜਾਵੇਗਾ। ਜੇ ਕਰਕੇ ਲੋਕਾਂ ਨੂੰ ਤੂੰ ਠੱਗੀ ਮਾਰੇਗਾ, ਇਹੋ ਜਿਹੇ ਕਰਮ ਕਰੇਗਾ ਤੇ ਨਾਲੇ ਕੁਛ ਔਰ ਹੀ ਵਿਖਾਵੇਗਾ, ਤਾਂ ਭਾਈ ਇੱਕ ਨਾ ਇੱਕ ਦਿਨ ਤੂੰ ਵੀ ਫੜਿਆ ਜਾਣਾ ਹੈ ਉਸ ਦੇ ਸੱਚੇ ਦਰਗਾਹ ਅੰਦਰ। ਉੱਥੇ ਭਾਈ ਫਿਰ ਤੂੰ ਕੀ ਜਵਾਬ ਦੇਏਗਾ। ਇੱਕ ਸੋਹਣਾ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਦੇ ਜੀਵਨ ਦਾ ਬਿਰਤਾਂਤ ਚੇਤੇ ਵਿੱਚ ਆਇਆ। ਭਗਤ ਨਾਮਦੇਵ ਜੀ ਦਰਿਆ ਦੇ ਕੰਢੇ ਇੱਕ ਦਿਨ ਜਿਹੜੇ ਕੱਪੜੇ ਸੀਗੇ ਉਹ ਧੋ ਰਹੇ ਸਨ, ਤੇ ਉਹ ਤਾਂ ਭਾਈ ਮਗਨ ਸਨ ਆਪਣੇ ਕਾਮ ਕਾਜਾਂ ਦੇ ਵਿੱਚ। ਤੇ ਉੱਥੇ ਨਾਲ ਹੀ ਇੱਕ ਸਾਧ ਜਿਹੜਾ ਸੀ ਉਹ ਪੇਸ ਬਣਾ ਕਰਕੇ, ਸਾਧੂਆਂ ਵਾਲਾ ਪੇਸ ਬਣਾ ਕਰਕੇ ਸਮਾਧੀ ਲਾ ਕਰਕੇ ਬੈਠਿਆ ਹੋਇਆ ਸੀ। ਤੇ ਕੁਛ ਹੀ ਚਿਰ ਬਾਅਦ ਉੱਥੋਂ ਇੱਕ ਧਨਾਢ ਵਿਅਕਤੀ ਜਿਹੜਾ ਬੜਾ ਹੀ ਅਮੀਰ ਬੰਦਾ ਉੱਥੇ ਆਇਆ। ਉਹਨੇ ਸੋਚਿਆ ਭਾਈ ਆਪਾਂ ਇਸ਼ਨਾਨ ਕਰ ਲਈਏ, ਤੇ ਇਸ਼ਨਾਨ ਕਰਨ ਲਈ ਉਹਨੇ ਜਿਹੜੇ ਵਸਤਰ ਸੀਗੇ, ਕੱਪੜੇ ਸੀਗੇ ਉੱਥੇ ਲਾਏ। ਤੇ ਉਹਦੇ ਨਾਲ ਸਾਧ ਸੰਗਤ ਜੀ ਇੱਕ ਪੈਹਾਂ ਦੀ ਬਾਂਸੁਲੀ ਜਿਹਨੂੰ ਆਖਿਆ ਜਾਂਦਾ, ਭਾਵ ਇੱਕ ਥੈਲੀ ਜੀ ਹੁੰਦੀ ਜਿਹਨੂੰ ਲੱਕ ਨਾਲ ਬੰਨਿਆ ਜਾਂਦਾ। ਉਸ ਜ਼ਮਾਨੇ ਦੇ ਵਿੱਚ ਲੋਕੀ ਲੱਕ ਨਾਲ ਪੈਸੇ ਬੰਨ ਕੇ ਰੱਖਿਆ ਕਰਦੇ ਸਨ। ਤੇ ਉਹਨੇ ਉਹ ਜਿਹੜੀ ਬਾਂਸੁਲੀ ਸੀ ਉਹ ਕੱਢ ਕੇ ਥੱਲੇ ਰੱਖੀ, ਤੇ ਉਹਦੇ ਉੱਤੇ ਆਪਣੇ ਲੀੜੇ ਕੱਪੜੇ ਉਹਨੇ ਪਾ ਲਏ, ਤੇ ਆਪ ਭਾਈ ਉਹ ਦਰਿਆ ਦੇ ਵਿੱਚ ਉਤਰ ਗਿਆ ਇਸ਼ਨਾਨ ਕਰਨ ਲਈ। ਉੱਥੇ ਚਿੱਬੀ ਉਹਨੇ ਮਾਰੀ। ਜਦੋਂ ਦਰਿਆ ਦੇ ਵਿੱਚ ਗਿਆ, ਇੱਥੇ ਜਿਹੜਾ ਸਾਧ ਬੈਠਿਆ ਹੋਇਆ ਸੀ, ਅਸਲ ਵਿੱਚ ਸੀ ਤਾਂ ਸਾਧ ਸੰਗਤ ਜੀ ਠੱਗ, ਪਰ ਸੀਗਾ ਬੇਸਾਦਾ ਵਾਲਾ। ਉਹ ਝਟ ਉੱਠਿਆ ਆਪਣੇ ਆਸਣ ਤੋਂ। ਉਹਨੇ ਵੇਖ ਲਿਆ ਸੀ ਭਾਈ ਕਿ ਇਹਨੇ ਬਾਂਸਲੀ ਇੱਥੇ ਲੁਕੋ ਕੇ ਰੱਖੀ ਹੈ। ਉਹਨੇ ਆਪਣਾ ਹੱਥ ਪਾਇਆ ਤੇ ਸਾਫ਼ ਕਰ ਦਿੱਤਾ। ਪਾਓ ਉਸ ਤੋਂ ਬਾਂਸਲੀ ਜਿਹੜੀ ਸੀ ਉਹ ਲੈ ਲਈ, ਆਪਣੇ ਆਸਣ ਦੇ ਉੱਤੇ ਥੱਲੇ ਰੱਖ ਦਿੱਤੀ, ਹਿੱਟਾਂ ਰੱਖ ਕੇ ਉੱਥੇ ਆਸਣ ਪਾ ਲਿਆ। ਤੇ ਆਪ ਸਾਧ ਸੰਗਤ ਜੀ ਉੱਥੇ ਬਹਿ ਗਿਆ ਤੇ ਸਮਾਧੀ ਲਾਉਣ ਦੀ ਢੋਂਗ ਜਿਹੜਾ ਹੈ ਉਹ ਫਿਰ ਤੋਂ ਕਰਨ ਲੱਗਾ। ਉਹ ਧਨਾਢ ਵਿਅਕਤੀ ਉੱਠ ਕੇ ਜਦੋਂ ਬਾਹਰ ਆਇਆ ਇਸ਼ਨਾਨ ਕਰਕੇ, ਉਹਨੇ ਵਸਤਰ ਪਾ ਲਏ ਤੇ ਕੀ ਵੇਖਦਾ ਭਾਈ ਉਹਦੀ ਜਿਹੜੀ ਪੈਹਾਂ ਦੀ ਪੰਡ ਸੀਗੀ ਉਹ ਬਾਂਸੁਲੀ ਉਹ ਉੱਥੇ ਹੈਗੀ ਨਹੀਂ। ਉਹਨੇ ਵੇਖਿਆ ਨਾਲ ਇੱਕ ਸਾਧ ਬੈਠਿਆ ਹੋਇਆ, ਤੇ ਮਨ ਅੰਦਰ ਸੋਚਣ ਲੱਗਾ ਭਾਈ ਇਹ ਤਾਂ ਸਾਧ ਜਨ ਹਨ, ਕਿੰਨੀ ਗੂੜੀ ਸਮਾਧੀ ਅੰਦਰ ਬੈਠੇ ਹੋਏ ਹਨ। ਜ਼ਰੂਰ ਇਹ ਜਿਹੜਾ ਛਿੰਬਾ ਇੱਥੇ ਬੈਠਿਆ ਹੋਇਆ ਜਿਹੜਾ ਵਸਤਰ ਧੋਂਦਾ ਹੈ, ਇਸ ਧੋਬੀ ਨੇ ਹੀ ਮੇਰੀ ਇਹ ਪੈਸਿਆਂ ਦੀ ਪਿਸ਼ਵੀ, ਇਹ ਮੇਰੀ ਬਾਂਸੁਲੀ ਇੰਨੀ ਪਾਈ ਮੇਰੇ ਤੋਂ ਖੋਈ ਹੋਵੇਗੀ, ਇੰਨੀ ਚੋਰੀ ਕੀਤੀ ਹੋਵੇਗੀ। ਭਗਤ ਨਾਮਦੇਵ ਜੀ ਨੂੰ ਪੁੱਛਦਾ ਭਾਈ ਮੇਰਾ ਉਹ ਪੈਸੇ ਕਿੱਥੇ ਤੂਨੇ ਰੱਖੇ, ਮੈਨੂੰ ਦੱਸ ਦੇ। ਭਗਤ ਨਾਮਦੇਵ ਜੀ ਵਿਚਾਰੇ ਹਿਰਦੇ ਅੰਦਰ ਭਗਤੀ ਕਰਦੇ ਹੋਏ, ਹਿਰਦੇ ਅੰਦਰ ਪ੍ਰਮਾਤਮਾ ਨੂੰ ਆਰਾਧਦੇ ਹੋਏ ਸਾਧ ਸੰਗਤ ਜੀ ਵਸਤਰ ਧੋ ਰਹੇ ਸਨ। ਉਹਨਾਂ ਨੇ ਆਖਿਆ ਭਾਈ ਪੁਰਖਾ ਮੈਨੂੰ ਇਸ ਬਾਬਤ ਕੁਛ ਪਤਾ ਨਹੀਂ, ਮੈਨੇ ਵੇਖਿਆ ਹੀ ਨਹੀਂ। ਤੇ ਉਹ ਕਹਿਣ ਲੱਗਾ ਨਹੀਂ ਇੱਥੇ ਤਾਂ ਸਾਧ ਬੈਠੇ ਹੋਏ ਹਨ ਤੇ ਦੂਜਾ ਤੂੰ ਹੀ ਹੈ, ਤੀਜੇ ਕਿਸੇ ਨੂੰ ਵੇਖਿਆ ਹੀ ਨਹੀਂ। ਤੂੰ ਨਹੀਂ ਮੇਰੀ ਭਾਈ ਇਹ ਪੈਸੇ ਜਿਹੜੇ ਹਨ ਚੋਰੀ ਕੀਤੇ ਹਨ। ਇਰਦ ਗਿਰਦ ਥੋੜੇ ਜਿਹੇ ਜਿਹੜੇ ਲੋਕ ਸੀਗੇ ਆਲੇ ਦੁਆਲੇ ਉਹ ਇਕੱਠੇ ਹੋ ਗਏ। ਵੇਖਿਆ ਭਾਈ ਕਿਸ ਗੱਲ ਦਾ ਰੌਲਾ ਪੈ ਰਿਹਾ ਹੈ। ਆ ਕੇ ਸਾਰੀ ਗੱਲ ਉਸ ਵਿਅਕਤੀ ਨੂੰ ਪੁੱਛੀ, ਉਸ ਸ਼ੌਕਾਰ ਨੂੰ, ਸੇਠ ਨੂੰ। ਉਹਨੇ ਆਖਿਆ ਭਾਈ ਇਹਨੇ ਮੇਰੇ ਪੈਸੇ ਚੋਰੀ ਕੀਤੇ। ਇਹਨੇ ਵਿੱਚ ਉਹ ਸਾਧ ਬੈਠਿਆ ਹੋਇਆ, ਉਹਨੇ ਆਪਣੇ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਕਹਿਣ ਲੱਗਾ ਮੈਨੇ ਵੇਖਿਆ ਭਾਈ ਇਹਨੇ ਹੀ ਤੇਰੇ ਪੈਸਿਆਂ ਦੀ ਚੋਰੀ ਕੀਤੀ। ਇੰਨੇ ਚਿਰ ਵਿੱਚ ਸਾਧ ਸੰਗਤ ਜੀ ਪਰਮਾਤਮਾ ਦੀ ਜ਼ਾਹਰ ਕਲਾ ਵਰਤੀ। ਬੜਾ ਹੀ ਹਵਾ ਦਾ ਤੇਜ਼ ਵੇਗ ਆਉਣ ਕਰਕੇ ਉਹਦਾ ਜਿਹੜਾ ਆਸਣ ਸੀਗਾ ਸਾਧ ਦਾ, ਉਹ ਭਾਈ ਹਵਾ ਦੇ ਕਰਕੇ
ਥੱਲੇ ਡਿੱਗ ਗਿਆ ਤੇ ਉੱਥੋਂ ਸਾਧ ਸੰਗਤ ਜੀ ਉਹ ਪੈਸਿਆਂ ਦੀ ਬਾਂਸੁਰੀ ਜਿਹੜੀ ਹੈ ਉਹ ਪ੍ਰਗਟ ਹੋ ਗਈ ਤੇ ਸਾਰਿਆਂ ਨੇ ਗੱਲ ਵੇਖ ਲਈ ਤੇ ਵੇਖ ਕਰਕੇ ਫਿਰ ਉਹ ਸਾਧ ਨੂੰ ਕੁੱਟਣ ਲੱਗੇ ਤੇ ਸਾਰੇ ਮਿਲ ਕੇ ਫਿਰ ਜਦੋਂ ਚੋਰ ਮਿਲ ਜਾਂਦਾ ਕੋਈ ਸਾਧ ਸੰਗਤ ਜੀ ਛੱਡਦਾ ਹੀ ਨਹੀਂ। ਸਾਰੇ ਕਹਿੰਦੇ ਭਾਈ ਆਪਾਂ ਵੀ ਇੱਕ ਇੱਕ ਹੱਥ ਲਾ ਲਈਏ। ਇਹੋ ਜਿਹਾ ਭਾਈ ਚੋਰੀ ਕਰਨ ਵਾਲਿਆਂ ਦਾ ਹਾਲ ਹੁੰਦਾ। ਸੋ ਉੱਥੇ ਭਗਤ ਜੀ ਭਾਈ ਨਿਰਦੋਸ਼ ਸਾਬਿਤ ਹੋਏ। ਪਰਮਾਤਮਾ ਨੇ ਫਿਰ ਤੋਂ ਪੈਜ ਰੱਖੀ। ਉਸ ਸੇਠ ਸਾਹੂਕਾਰ ਨੇ ਮਾਫੀ ਮੰਗੀ, ਕਹਿਣ ਲੱਗਾ ਭਗਤ ਜੀ ਮੈਨੂੰ ਮਾਫ ਕਰੋ, ਮੈਨੇ ਜਾਣਿਆ ਹੀ ਨਹੀਂ। ਤਾਂ ਭਗਤ ਜੀ ਨੇ ਫਿਰ ਆਸਾ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ, ਸਾਪ ਬਿਕ ਛੋੜੈ। ਪਾਓ ਸਾਧ ਸੰਗਤ ਜੀ, ਭਗਤ ਜੀ ਨੇ ਸ਼ਬਦ ਉਚਾਰਨ ਕੀਤਾ, ਜਿਹੜਾ ਸਾਪ ਕੁੰਚ ਛੋੜੈ ਬਿਕ ਨਹੀਂ ਛਾੜੈ। ਜਿਹੜਾ ਸੱਪ ਹੁੰਦਾ ਉਹ ਆਪਣੀ ਕੁੰਚ ਨੂੰ ਤਾਂ ਛੱਡ ਦਿੰਦਾ, ਪਰ ਹਿਰਦੇ ਅੰਦਰ ਜ਼ਹਿਰ ਉਹਦੇ ਨਹੀਂ ਜਾਂਦਾ। ਜਿਹੜਾ ਹਿਰਦੇ ਦੇ ਅੰਦਰ ਜ਼ਹਿਰ ਸੀਗਾ ਉਹ ਹੀ ਹੈਗਾ। ਕੱਲੀ ਪਾਈ ਉਹਦੇ ਭਾਰਲੀ ਜਿਹੜੀ ਕੁੰਚ ਸਰੀਰ ਦਾ ਜਿਹੜਾ ਚਮੜਾ ਸੀਗਾ ਉਹੀ ਦੂਰ ਹੋਇਆ। ਨਾਲੇ ਕਹਿੰਦੇ ਹਨ ਉਦਕ ਮਾਹੇ ਜੈਸੇ ਬਤ ਧਿਆਨ ਮਾਡੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸੁਧ ਨਹੀਂ ਮਨ ਆਪਣਾ। ਭਾਈ ਪੁਰਖਾ ਕਾਨੂੰ ਭਾਈ ਪ੍ਰਮਾਤਮਾ ਦੇ ਨਾਮ ਦਾ ਸਵਾਂਗ ਟੋਂਗ ਰਚਦਾ ਹੈ ਸਮਾਧੀ ਲਾਉਣ ਦਾ। ਅਸਲ ਵਿੱਚ ਤਾਂ ਤੂੰ ਬੈਠੇ ਆਪਣੇ ਉਧਰ ਲਈ ਬਕ ਦੇ ਨਿਆਈ ਧਿਆਨ ਲਾ ਕਰਕੇ, ਜਿਵੇਂ ਬਗਲੇ ਦੀ ਸਮਾਧ ਹੁੰਦੀ ਹੈ, ਤੇ ਲੋਕਾਂ ਨੂੰ ਵਿਖਾ ਰਿਹਾ ਹੈ ਕਿ ਮੈਂ ਵੱਡਾ ਭਗਤ ਹਾਂ ਤੇ ਕਰਤਾ ਰਿਹਾ ਹੈ ਭਾਈ ਤੂੰ ਇਹੋ ਜਿਹੇ ਕਰਮ, ਇਹੋ ਜਿਹੇ ਚੋਰੀ ਵਾਲੇ ਕਰਮ, ਤੇ ਭਾਈ ਪੁਰਖਾ ਇਸ ਨਾਲ ਤੈਨੂੰ ਕੀ ਕੁਛ ਮਿਲ ਜਾਣਾ। ਇੱਥੇ ਵੀ ਤੇਰੀ ਪੱਤ ਗਈ ਤੇ ਉਸ ਲੋਕ ਅੰਦਰ ਵੀ ਤੇਰੀ ਹੁਣ ਪੱਤ ਗਈ। ਸੋ ਭਗਤ ਜੀ ਨੇ ਉਸ ਸਾਧ ਨੂੰ ਸੇਧ ਦਿੱਤੀ ਕਿ ਭਾਈ ਪੁਰਖਾ ਤੂੰ ਹਿਰਦੇ ਅੰਦਰ ਜੇਕਰ ਕੇ ਪ੍ਰਮਾਤਮਾ ਨੂੰ ਵਸਾਉਣਾ, ਧਿਆਨ ਨੂੰ ਵਸਾਉਣਾ, ਤਾਂ ਸਭ ਤੋਂ ਵੱਡੀ ਗੱਲ ਹੈ ਸਾਧ ਸੰਗਤ ਜੀ, ਮਨ ਅੰਦਰ ਨਿਸ਼ਕਪਟ ਭਾਵਨਾ ਹੋਣੀ ਚਾਹੀਦੀ। ਮਨ ਅੰਦਰ ਕਿਸੇ ਦੇ ਲਈ ਕੋਈ ਕਪਟ, ਕੋਈ ਛਲ ਫਰੇਬ ਨਹੀਂ ਹੋਣਾ ਚਾਹੀਦਾ। ਹਿਰਦਾ ਭਾਈ ਜਿਸ ਦਾ ਸੁਧ ਹੈ ਉਹੀ ਭਾਈ ਫਿਰ ਪ੍ਰਭੂ ਪਰਮਾਤਮਾ ਦੇ ਅਸਲੀ ਧਿਆਨ ਨਾਲ, ਅਸਲੀ ਸਿਮਰਨ ਨਾਲ ਜੁੜ ਸਕਦਾ। ਅਸਲ ਗੱਲ ਇਹ ਹੈ ਪਰਮਾਤਮਾ ਦਾ ਨਾਮ ਹੀ ਜਦੋਂ ਜਪੀਏ ਨਾ, ਇਹੋ ਜਿਹੇ ਕਰਮ ਸਾਧ ਸੰਗਤ ਜੀ ਆਪੇ ਹੀ ਫਿਰ ਦੂਰ ਹੋ ਜਾਂਦੇ। ਪਰਮਾਤਮਾ ਦਾ ਨਾਮ ਜਿਹੜਾ ਹੈ ਨਿਰਮਲ ਪਵਿੱਤਰ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ। ਪਰ ਨਾਮ ਵੀ ਜਪਿਆ ਸਾਧ ਸੰਗਤ ਜੀ ਉਦੋਂ ਲਾਭਦਾਇਕ ਜਦੋਂ ਮਨ ਅੰਦਰ ਇਹ ਭਾਵਨਾ ਹੋਵੇ ਕਿ ਭਾਈ ਅਸੀਂ ਪਰਮਾਤਮਾ ਦੇ ਪ੍ਰੇਮ ਕਰਕੇ ਜਪ ਰਹੇ, ਨਾ ਹੀ ਕਿ ਲੋਕਾਂ ਨੂੰ ਠੱਗੀ ਮਾਰਨ ਲਈ ਪੇਖ ਦਿਖਾਏ ਜਗਤ ਕੋ ਲੋਕਨ ਕੋ ਬਸਕੀਨ, ਅੰਤ ਕਾਲ ਕਾਟੀ ਕਟਿਓ ਬਾਸ ਨਰਕ ਮੋਲੀਨ। ਗੁਰੂ ਜੀ ਕਹਿੰਦੇ ਭਾਈ ਜੇਕਰ ਕਿ ਇਹੋ ਜਿਹੇ ਪੇਖ ਲੋਕਾਂ ਨੂੰ ਤੂੰ ਵਿਖਾਵੇਗਾ ਤੇ ਇੱਕ ਨਾ ਇੱਕ ਦਿਨ ਭਾਈ ਤੈਨੂੰ ਉਸ ਦਰਗਾਹ ਦੇ ਅੰਦਰ, ਉਸ ਪ੍ਰਭੂ ਪਰਮਾਤਮਾ ਦੇ ਦਰ ਉੱਤੇ ਤੇਰੀ ਭਾਈ ਇੱਜ਼ਤ ਜਿਹੜੀ ਹੈ, ਤੇਰੀ ਜਿਹੜੀ ਪੱਤ ਹੈ ਉਹ ਤੇਰੇ ਤੋਂ ਖੋਈ ਜਾਵੇਗੀ। ਉੱਥੇ ਫਿਰ ਤੈਨੂੰ ਭਾਈ ਦੁੱਖ ਪ੍ਰਾਪਤ ਹੋਣੇ ਹਨ। ਰਾਮ ਰਮਾ ਸੋਈ ਰਾਮਾਣਾ। ਤੇ ਜਿਹੜਾ ਭਾਈ ਰਾਮ ਸਾਰਿਆਂ ਥਾਵਾਂ ਦੇ ਅੰਦਰ ਰਮਿਆ ਹੋਇਆ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਰਾਮ ਮਾਲਿਕ ਜਿਹੜਾ ਵਾਹਿਗੁਰੂ ਸਾਰਿਆਂ ਥਾਵਾਂ ਤੇ ਰਮਿਆ ਹੋਇਆ, ਤੇ ਜਿਸਨੇ ਪਾਈ ਉਸ ਰਮੇ ਹੋਏ ਰਾਮ ਨੂੰ ਜਾਣਿਆ ਸੋਈ ਰਾਮਾਣਾ। ਉਹੀ ਪ੍ਰਭੂ ਪਰਮਾਤਮਾ ਦਾ ਭਾਈ ਅਸਲੀ ਸੇਵਕ ਹੈ, ਭਗਤ ਹੈ। ਉਹ ਅਸਲੀ ਉਸ ਦਾ ਰਾਮਾਣਾ, ਉਸ ਦਾ ਦਾਸ ਹੈ ਜਿਨੇ ਰਾਮ ਨੂੰ ਸਾਰੇ ਥਾਵਾਂ ਤੇ ਜਾਣ ਲਿਆ। ਘਟ ਘਟ ਰਮਈਆ ਰਮਤ ਰਾਮ ਰਾਏ, ਸਭ ਵਰਤੇ ਸਭ ਮਹਿ ਏਕ, ਜਿਨੇ ਇਸ ਗੱਲ ਨੂੰ ਬੁੱਝ ਲਿਆ ਕਿ ਭਾਈ ਹਰ ਦੇ ਵਿੱਚ, ਹਿਰਦੇ ਵਿੱਚ, ਹਰ ਘਟ ਦੇ ਵਿੱਚ ਜਿੱਤੇ ਹੋ ਜਾਈ ਤੂੰ ਸਭਨੀ ਥਾਈ ਸਾਚਾ ਸਿਰਜਨਹਾਰ ਜੀਓ। ਜਿਨੇ ਇਸ ਗੱਲ ਨੂੰ ਬੁੱਝ ਲਿਆ ਭਾਈ ਉਹੀ ਰਾਮਾਣਾ, ਉਹੀ ਉਸ ਦਾ ਸੇਵਾਦਾਰ ਦਾਸ ਹੈ। ਚਲ ਚਲ ਮਹੀਲ ਏਕ ਸਮਾਣਾ। ਤੇ ਉਹਨਾਂ ਨੇ ਕਿਵੇਂ ਜਾਣਿਆ, ਉਹਨਾਂ ਨੇ ਵਾਹਿਗੁਰੂ ਨੂੰ ਇੱਕ ਕਿਵੇਂ ਪਛਾਣਿਆ। ਜਲ ਦੇ ਵਿੱਚ, ਥਲ ਦੇ ਵਿੱਚ, ਮਹੀ ਧਰਤੀ ਦੇ ਉੱਤੇ, ਅਲ ਆਕਾਸ਼ ਦੇ ਵਿੱਚ, ਸਾਰੇ ਥਾਵਾਂ ਤੇ ਉਹਨਾਂ ਨੇ ਵਾਹਿਗੁਰੂ ਨੂੰ ਜਾਣਿਆ।
ਤੂੰ ਜਲ ਥਲ ਮਹੀਲ ਪਰਪੁਰ ਲੀਨਾ, ਘਟ ਘਟ ਜੋਤ ਸਮਾਣਾ। ਉਹ ਵਾਹਿਗੁਰੂ ਹਰ ਥਾਂ ਤੇ ਭਾਈ ਰਵਿਆ ਹੋਇਆ ਜਿਹੜਾ ਹੈ, ਉਹਨਾਂ ਨੇ ਜਲ ਦੇ ਵਿੱਚ ਵੀ ਜਾਣਿਆ, ਜਲੇ ਹਰੀ ਥਲੇ ਹਰੀ। ਉਹਨਾਂ ਨੇ ਧਰਤੀ ਉੱਤੇ ਵੀ ਜਾਣਿਆ, ਆਕਾਸ਼ ਵਿੱਚ ਵੀ ਜਾਣਿਆ, ਹਰ ਪਾਸੇ ਰਮਿਆ ਹੋਇਆ ਉਹਨਾਂ ਨੇ ਭਾਈ ਜਾਣਿਆ ਹੈ। ਜਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਬਾਣੀ ਅੰਦਰ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਜਿਵੇਂ ਸਾਧ ਸੰਗਤ ਜੀ ਹਰ ਲੱਕੜ ਦੇ ਅੰਦਰ ਅੱਗ ਹੈ, ਜੇਕਰ ਕਿ ਲੱਕੜ ਨੂੰ ਤੁਸੀਂ ਲੱਕੜ ਨਾਲ ਉੱਥੇ ਰਿੜਕੋਗੇ ਤੇ ਉੱਥੇ ਅੱਗ ਪੈਦਾ ਹੋਣੀ ਹੈ, ਅੱਗ ਮਚਣੀ ਹੈ। ਇਵੇਂ ਹੀ ਸਾਰੇ ਦੁੱਧ ਦੇ ਅੰਦਰ ਕੀ ਹੈ ਕਿ ਉਹ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਜਦੋਂ ਭਾਈ ਚੰਗੀ ਤਰ੍ਹਾਂ ਮੱਖਣ ਕੱਢ ਕੇ ਉਹਨੂੰ ਰਿੜਕਿਆ ਜਾਵੇ ਤਾਂ ਜਾ ਕੇ ਭਾਈ ਕੀ ਉਹ ਬਣਦਾ ਹੈ। ਇਵੇਂ ਹੀ ਸਾਡਾ ਮਨ ਹੈ, ਸਾਡੇ ਮਨ ਅੰਦਰ ਵਾਹਿਗੁਰੂ ਹੈ। ਅੰਤਰ ਬਸੇ ਬਾਹਰ ਵੀ ਉਹੀ, ਅੰਤਰ ਬਾਹਰ ਹਰ ਪ੍ਰਭ ਏਕੋ। ਜਿੱਥੇ ਹਿਰਦੇ ਅੰਦਰ ਹੈ ਉੱਥੇ ਬਾਹਰ ਵੀ ਹੈ, ਪਰ ਗੱਲ ਹੈ ਉਹਨੂੰ ਜਾਣਨ ਦੀ, ਪਛਾਣਨ ਦੀ। ਤੇ ਕਿਵੇਂ ਜਾਣੋਗੇ? ਜਿਵੇਂ ਮੱਖਣ ਨੂੰ ਸਾਧ ਸੰਗਤ ਜੀ ਚੰਗੀ ਤਰ੍ਹਾਂ ਉਹਨੂੰ ਪਕਾ ਕੇ ਘਿਓ ਜਿਵੇਂ ਬਣਾਇਆ ਜਾਂਦਾ, ਇਵੇਂ ਹੀ ਭਾਈ ਜਦੋਂ ਤੁਸੀਂ ਮਨ ਕਰਕੇ ਤਨ ਕਰਕੇ ਅਭਿਆਸ ਕਰੋਗੇ ਤਾਂ ਤੁਹਾਨੂੰ ਪ੍ਰਮਾਤਮਾ ਭੀਤਰ ਵੀ ਬਾਹਰ ਨਜ਼ਰ ਆਣਾ ਹੈ। ਸੋ ਭਾਈ ਉਹ ਰਮੀਆ ਰਾਮ ਰਾਤ ਸਾਰੇ ਥਾਵਾਂ ਤੇ ਜਿਹੜਾ ਰਵਿਆ ਹੋਇਆ ਹੈ, ਗੁਰੂ ਜੀ ਕਹਿੰਦੇ ਭਾਈ ਉਹ ਜਲ ਅੰਦਰ ਵੀ ਹੈ, ਉਹ ਥਲ ਅੰਦਰ ਵੀ ਹੈ, ਉਹ ਆਕਾਸ਼ ਦੇ ਵਿੱਚ ਵੀ ਹੈ, ਉਹ ਵਿਚਕਾਰ ਵੀ ਹੈ, ਤੇ ਧਰਤੀ ਅੰਦਰ ਵੀ, ਹਰ ਪਾਸੇ ਉਹ ਵਾਹਿਗੁਰੂ ਦਾ ਵਾਸਾ ਹੈ। ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਹਨ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵਾ। ਤੇ ਭਾਈ ਹਿਰਦੇ ਅੰਦਰ ਤੇਰੇ ਬਿਖ ਹੈ, ਪਾਉ ਜ਼ਹਿਰ ਹੈ, ਤੇ ਮੁਖ ਅੰਮ੍ਰਿਤ ਸੁਣਾਵੇ। ਤੇ ਮੁਖ ਤੋਂ ਤੂੰ ਅੰਮ੍ਰਿਤ ਵਰਗੇ ਬਚਨ ਲੋਕਾਂ ਨੂੰ ਸੁਣਾਉਂਦਾ, ਬੜੇ ਮਿੱਠ ਬੋਲੜਾ ਸੁਭਾਅ ਤੋਂ ਲੋਕਾਂ ਨੂੰ ਇੰਜ ਵਿਖਾਉਂਦਾ ਕਿ ਭਾਈ ਮੇਰੇ ਹਿਰਦੇ ਅੰਦਰ ਕੋਈ ਕਪਟ ਨਹੀਂ, ਕੋਈ ਦਵੈਸ਼ ਨਹੀਂ। ਲੋਕਾਂ ਨੂੰ ਤਾਂ ਬੜਾ ਕੁਝ ਭਾਈ ਤੂੰ ਕਹਿ ਕੇ ਸੁਣਾਉਂਦਾ ਹੈ, ਤੇ ਹਿਰਦੇ ਅੰਦਰ ਤਾਂ ਭਾਈ ਤੇਰੇ ਕਪਟ ਹੈ, ਬਿਖ ਹੈ, ਜ਼ਹਿਰ ਹੈ। ਕਿਸ ਚੀਜ਼ ਦਾ ਵੀ ਸਾਧ ਸੰਗਤ ਜੀ, ਕਿਸੇ ਵਸਤੂ ਦਾ ਹਿਰਦੇ ਅੰਦਰ ਮੋਹ ਹੋਵੇ, ਲਾਲਚ ਹੋਵੇ, ਤਾਂ ਜਾਣ ਲਓ ਕਿ ਉਹ ਵੀ ਜ਼ਹਿਰ ਦੇ ਤੁਲ ਹੀ ਹੈ, ਨਿਆਈ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਸਾਧ ਸੰਗਤ ਜੀ ਜਦੋਂ ਪ੍ਰਿਥਵੀ ਚੰਦ ਜੀ ਨੇ ਸੱਪ ਛੜਿਆ ਸੀਗਾ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਾਨੀ ਪਹੁੰਚਾਉਣ ਲਈ, ਉਹਨਾਂ ਨੂੰ ਭਾਈ ਕਸ਼ਟ ਦੇਣ ਲਈ ਸੱਪ ਜਦੋਂ ਛੜਿਆ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਛੋਟੀ ਉਮਰ ਅੰਦਰ ਹੀ ਉਹ ਸੱਪ ਨੂੰ ਫੜ ਕੇ ਉਹਦੀ ਕੌਣ ਮਰੋੜ ਕੇ ਰੱਖ ਦਿੱਤੀ, ਤੇ ਉੱਥੇ ਸੱਪ ਜਿਹੜਾ ਹੈ ਉਹ ਮਰ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਗੱਲ ਸਾਧ ਸੰਗਤ ਜੀ ਪਤਾ ਲੱਗੀ ਹੈ, ਤੇ ਪਾਤਸ਼ਾਹ ਜੀ ਆਏ, ਸੰਗਤ ਉੱਥੇ ਜਿਹੜੀ ਸੀਗੀ ਸਾਰੀ ਭਾਈ ਇਕੱਠੇ ਹੋ ਕੇ ਵੇਖਣ ਲੱਗੇ। ਭਾਈ ਅਜੇ ਛੋਟੀ ਉਮਰ ਅੰਦਰ ਪਾਤਸ਼ਾਹ ਜੀ ਨੂੰ ਅਜੇ ਤੁਰਨਾ ਵੀ ਨਹੀਂ ਆਉਂਦਾ ਸੀਗਾ। ਉਸ ਸਮੇਂ ਸੱਪ ਨੂੰ ਪਾਤਸ਼ਾਹ ਜੀ ਨੇ ਮਾਰ ਸੁੱਟਿਆ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਭਾਈ ਇਹ ਸੱਪ ਨਹੀਂ, ਅਸਲ ਵਿੱਚ ਕੀ ਹੈ ਅਸੀਂ ਤੁਹਾਨੂੰ ਪ੍ਰਗਟ ਕਰਕੇ ਵਿਖਾਵਾਂਗੇ। ਉੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੱਪ ਦੇ ਉੱਤੇ ਜਲ ਦਾ ਛਿੱਟਾ ਪਾਇਆ, ਤੇ ਉਹ ਸੱਪ ਦੀ ਦੇਹੀ ਦੇ ਵਿੱਚੋਂ ਮਹਾਰਾਜ ਜੀ ਨੇ ਇੱਕ ਪੰਡਿਤ, ਇੱਕ ਵਿਦਵਾਨ ਦੀ ਰੂਹ ਕੱਢ ਕੇ ਸਾਰਿਆਂ ਨੂੰ ਵਿਖਾ ਦਿੱਤੀ। ਤੇ ਪਾਤਸ਼ਾਹ ਜੀ ਨੇ ਆਖਿਆ ਭਾਈ ਦੱਸ ਤੂੰ ਕੌਣ ਸੀਗਾ? ਤਾਂ ਉਹ ਸਾਧ ਸੰਗਤ ਜੀ ਪੰਡਿਤ ਵਿਦਵਾਨ ਜਿਹੜਾ ਸੀ ਉਹ ਬਿਆਨ ਕਰਦਾ, ਪਾਤਸ਼ਾਹ ਮੈਂ ਇੱਕ ਵੱਡਾ ਵਿਦਵਾਨ ਸੀ, ਲੋਕਾਂ ਨੂੰ ਬੜਾ ਮੈਂ ਉਪਦੇਸ਼ ਦਿੰਦਾ ਸੀਗਾ ਕਿ ਭਾਈ ਇਹ ਜਿਹੜੀ ਮਾਇਆ ਹੈ ਇਹ ਬਿਖ ਦੇ ਨਿਆਈ ਹੈ, ਜ਼ਹਿਰ ਦੇ ਨਿਆਈ ਹੈ। ਲੋਕਾਂ ਨੂੰ ਮੈਨੇ ਬੜਾ ਉਪਦੇਸ਼ ਦਿੱਤਾ, ਬੜੀ ਕਥਾ ਕੀਤੀ, ਬੜੇ ਮੇਰੇ ਚੇਲੇ ਬਣ ਗਏ, ਸੰਸਾਰ ਅੰਦਰ ਬਹੁਤ ਹੀ ਪ੍ਰਸਿੱਧੀ ਮੈਨੇ ਹਾਸਲ ਕਰ ਲਈ, ਲੋਕਾਂ ਅੰਦਰ ਮੇਰਾ ਬੜਾ ਹੀ ਨਾਮ ਹੋਇਆ, ਬੜੇ ਹੀ ਚਰਚੇ ਮੇਰੇ ਨਾਂ ਦੇ ਹੋਣ ਲੱਗੇ। ਜਿੱਥੇ ਕਿੱਥੇ ਲੋਕੀ ਮੈਨੂੰ ਸੱਦਣਾ ਚਾਹੁੰਦੇ ਸਨ ਕਥਾ ਵਾਰਤਾ ਕਰਨ ਲਈ, ਇਹੋ ਜਿਹਾ ਤਗੜਾ ਵਿਦਵਾਨ ਮੈਂ ਬਣ ਗਿਆ। ਪਰ ਗੁਰੂ ਪਾਤਸ਼ਾਹ ਜੀ ਜਿਹੋ ਜਿਹੇ ਮੈਨੇ ਕਰਮ ਕੀਤੇ ਹਨ, ਤੇ ਕਦੇ ਲੋਕਾਂ ਨੂੰ ਉਸ ਦੇ ਬਾਰੇ ਪਤਾ ਹੀ ਨਹੀਂ ਲੱਗਿਆ। ਭਾਵੇਂ ਮੈਂ ਆਪ ਲੋਕਾਂ ਨੂੰ ਕਹਿੰਦਾ ਸੀਗਾ ਭਾਈ ਮਾਇਆ ਤੇ ਬਚ ਕੇ ਰਹੋ, ਪਰ ਮੈਂ ਆਪ ਮਾਇਆ ਕਰਕੇ ਬੜਾ ਹੀ ਲਾਲਚੀ ਸੀ।
ਤੇ ਕਦੇ ਛੱਡਦਾ ਹੀ ਨਹੀਂ ਸੀ। ਬੜੀ ਪੈਸੇ ਬੜੇ ਮਾਇਆ ਮੈਨੇ ਇਕੱਠੇ ਕਰ ਲਏ ਤੇ ਉਸ ਮਾਇਆ ਦੇ ਨਾਲ ਹੀ ਮੇਰੀ ਪ੍ਰੀਤੀ ਲੱਗ ਗਈ ਤੇ ਅੰਤਿਮ ਵੇਲੇ ਮੈਨੂੰ ਮਾਂ ਹੀ ਚੇਤੇ ਅੰਦਰ ਆਈ। ਉਸ ਮਾਇਆ ਨਾਲ ਹੀ ਮੇਰੀ ਪ੍ਰੀਤੀ ਹੋਣ ਕਰਕੇ ਅੰਤਿਮ ਸਵਾਸ ਦੇ ਅੰਦਰ ਉਸ ਦਾ ਹੀ ਨਾਂ ਆਇਆ। ਇਸ ਕਰਕੇ ਫਿਰ ਮੈਨੂੰ ਸੱਪ ਦਾ ਜੂਣ ਭੋਗਣਾ ਪਿਆ। ਸੱਪ ਦੀ ਜੂਨੀ ਅੰਦਰ ਮੈਂ ਪੈ ਗਿਆ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੇ, ਸਰਪ ਜੋਨ ਵਲ ਵਲ ਅਵਤਰੇ। ਜੋ ਗੁਰੂ ਜੀ ਦੇ ਬਚਨ ਹਨ ਉਹ ਸਤ ਹਨ। ਸੋ ਹੁਣ ਪਾਤਸ਼ਾਹ ਜੀ ਮੇਰੇ ਚੰਗੇ ਕਰਮ ਕਰਕੇ ਕੁਛ ਕੀਤੇ ਹੋਏ ਮੇਰੇ ਇਹੋ ਜਿਹੇ ਕਰਮ ਸੀਗੇ ਜਿਵੇਂ ਲੋਕਾਂ ਨੂੰ ਮੈਨੇ ਜੋੜ ਲਿਆ ਸੀ। ਕੁਛ ਲੋਕ ਤਾਂ ਸੱਚੇ ਉੱਥੇ ਜੁੜ ਗਏ ਸੀ ਰੱਬ ਨਾਲ। ਇਸ ਕਰਕੇ ਪਾਤਸ਼ਾਹ ਜੀ ਮੇਰਾ ਉद्धार ਆਪ ਜੀ ਦੇ ਹੱਥਾਂ ਨਾਲ ਹੋਇਆ। ਕਹਿਣ ਦਾ ਭਾਵ ਸਾਧ ਸੰਗਤ ਜੀ, ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਇਹ ਗੱਲ ਸੱਚੀ ਹੈ। ਜੇਕਰ ਕਿ ਅਸੀਂ ਵੀ ਤੁਹਾਨੂੰ ਬਚਨ ਕਹਿ ਰਹੇ ਹਾਂ, ਜੇਕਰ ਕਿ ਅਸੀਂ ਆਪ ਨਹੀਂ ਬਚਨਾਂ ਨੂੰ ਕਮਾਵਾਂਗੇ ਤਾਂ ਸਾਡਾ ਵੀ ਇਹੋ ਜਿਹੀ ਹਾਲ ਹੋਣਾ। ਸੋ ਗੁਰੂ ਜੀ ਕਹਿੰਦੇ, ਭਾਈ ਅੰਦਰ ਤਾਂ ਤੇਰੇ ਬਿਕ ਹੈ ਤੇ ਲੋਕਾਂ ਨੂੰ ਅੰਮ੍ਰਿਤ ਵਰਗੇ ਮਿੱਠੇ ਬਚਨ ਕਹਿ ਕੇ ਤੂੰ ਸੁਣਾਉਂਦਾ ਹੈ। ਭਾਈ ਇਹੋ ਜਿਹੀ ਠੱਗੀ ਕਰਨ ਨਾਲ ਕੀ ਮਿਲਣਾ। ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਚੌਂਪਰ ਬਾਂਧਾ ਚੋਟਾ ਖਾਵਾ। ਕੀ ਹੋਵੇਗਾ ਪੁਰਖਾ? ਕੋਈ ਗੱਲ ਨਹੀਂ, ਦੱਸੀ ਜਾਈ ਲੋਕਾਂ ਨੂੰ, ਅੰਮ੍ਰਿਤ ਵਰਗੇ ਬਚਨ ਕਹੀ ਜਾਈ। ਪਰ ਕੀ ਹੋਵੇਗਾ? ਜੰਪਰ ਬਾਧਾ। ਜਦੋਂ ਭਾਈ ਜਮਾਦੀਪੁਰੀ ਅੰਦਰ ਤੂੰ ਜਾਵੇਗਾ, ਜਮ ਰਾਜੇ ਕੋਲ ਜਾਵੇਗਾ ਤੇ ਉੱਥੇ ਤੈਨੂੰ ਜਾ ਕਰਕੇ ਪੈੜੀਆਂ ਸਜ਼ਾਵਾਂ, ਬੜੇ ਹੀ ਤੈਨੂੰ ਕਸ਼ਟ ਰੋਗ ਉੱਥੇ ਚੱਲਣੇ ਪੈਣਗੇ। ਤੇਰੀ ਦੇਹੀ ਤਾਂ ਉੱਥੇ ਹੁੰਦੀ ਨਹੀਂ। ਤੇਰੇ ਸੂਖਸ਼ਮ ਜੀਵ ਨੂੰ ਭਾਈ ਬੜੇ ਹੀ ਕਸ਼ਟ ਉੱਥੇ ਭੋਗਣੇ ਪੈਣਗੇ। ਜੇਕਰ ਕਿ ਭਾਈ ਇਹੋ ਜਿਹੇ ਕਰਮ ਕਮਾਵੇਗਾ, ਉਸ ਜਮ ਰਾਜੇ ਦੀ ਸਭਾ ਦੇ ਅੰਦਰ ਭਾਈ ਤੇਰਾ ਲੇਖਾ ਹੋਵੇਗਾ ਤੇ ਲੇਖਾ ਹੋਣ ਦੇ ਬਾਅਦ ਤੇਰੇ ਕੀਤੇ ਹੋਏ ਕਰਮਾਂ ਦੇ ਨਿਪਟਾਰੇ ਅਨੁਸਾਰ ਤੈਨੂੰ ਭਾਈ ਫਿਰ ਕਸ਼ਟ ਭੋਗਣੇ ਪੈਣਗੇ। ਨਿਕ ਪੜਦੇ ਮਹਿ ਕਮਾਵਾ ਵਿਕਾਰ। ਤੇ ਬੰਦੇ ਦਾ ਹਿਰਦਾ ਵੀ ਕਿਹੋ ਜਿਹਾ ਗੁਰੂ ਜੀ ਕਥਨ ਕਰਦੇ ਹਨ, ਅਨੇਕ ਪਰਦੇ ਮਹਿ ਕਮਾਵੇ ਵਿਕਾਰ। ਵਿਕਾਰ ਸਾਧ ਸੰਗਤ ਜੀ ਕਮਾਉਂਦਾ ਤੇ ਕਦੋਂ ਕਮਾਉਂਦਾ? ਗੁਰੂ ਜੀ ਕਹਿੰਦੇ ਪਰਦੇ ਅੰਦਰ। ਬੰਦਾ ਬੜਾ ਸਿਆਣਾ, ਵੇਖੋ ਅਸੀਂ ਕਹਿੰਦੇ ਭਾਈ ਅਸੀਂ ਸਿਆਣੇ ਨਹੀਂ, ਪਰ ਮਨ ਦੀ ਅਵਸਥਾ ਕਿਹੋ ਜੀ ਚੰਚਲ ਹੈ। ਪਰਦੇ ਅੰਦਰ ਰਹਿ ਕਰਕੇ ਸਾਰਿਆਂ ਤੋਂ ਓਲੇ ਹੋ ਕਰਕੇ ਪੜੇ ਵਿਸ਼ੇ ਵਿਕਾਰ ਕਮਾਉਂਦਾ ਹੈ ਤੇ ਭਾਈ ਲੋਕਾਂ ਦੇ ਸਨਮੁਖ ਕਦੇ ਜ਼ਾਹਿਰ ਨਹੀਂ ਹੋਣ ਦਿੰਦਾ, ਕਦੇ ਪ੍ਰਗਟ ਨਹੀਂ ਹੋਣ ਦਿੰਦਾ। ਹਰ ਇੱਕ ਗੱਲ ਨੂੰ ਲੁਕੋ ਕੇ ਰੱਖਦਾ ਹੈ। ਪਤਾ ਹੈ ਸਾਧ ਸੰਗਤ ਜੀ, ਜਦੋਂ ਕੋਈ ਗੱਲ ਪ੍ਰਗਟ ਹੋ ਗਈ ਤੇ ਕਿਸੇ ਨੇ ਛੱਡਣਾ ਹੀ ਨਹੀਂ। ਕਿਸੇ ਨੇ ਭਾਈ ਮੈਨੂੰ ਉਸ ਸਮੇਂ ਇੱਜ਼ਤ ਹੀ ਨਹੀਂ ਦੇਣੀ ਜੇਕਰ ਕਿ ਕੋਈ ਮੇਰੇ ਕੀਤੇ ਹੋਏ ਕਰਮਾਂ ਦੇ ਬਾਰੇ ਕਿਸੇ ਨੂੰ ਪਤਾ ਲੱਗ ਜਾਵੇਗਾ। ਸਾਧ ਸੰਗਤ ਜੀ, ਜੇਕਰ ਕਿ ਹਿਰਦੇ ਅੰਦਰ ਸਾਡੇ ਭਾਵਨਾ ਹੋਵੇ ਕਿ ਸਾਨੂੰ ਕੋਈ ਵੇਖਣ ਵਾਲਾ ਹੈ, ਘੱਟੋ ਘੱਟ ਭਾਈ ਰੱਬ ਤਾਂ ਵੇਖਣ ਵਾਲਾ ਹੈ। ਉਹ ਵਾਹਿਗੁਰੂ ਤਾਂ ਸਾਰਿਆਂ ਨੂੰ ਵੇਖਦਾ, ਅਸੀਂ ਉਹਨੂੰ ਵੇਖ ਨਹੀਂ ਸਕਦੇ। ਸਾਡੇ ਅੰਦਰ ਅਜੇ ਉਹ ਗਿਆਨ ਰੂਪੀ ਨੇਤਰ ਨਹੀਂ ਹਨ, ਵੈਰਾਗ ਰੂਪੀ ਨੇਤਰ ਨਹੀਂ ਹਨ। ਜਦੋਂ ਉਹ ਨੇਤਰ ਆ ਜਾਣਗੇ ਤਾਂ ਉਹ ਵੀ ਪ੍ਰਗਟ ਹੋ ਜਾਵੇਗਾ, ਪਰ ਉਹ ਤਾਂ ਸਾਨੂੰ ਵੇਖਦਾ ਹੈ ਨਾ। ਇਹ ਗੱਲ ਸਾਧ ਸੰਗਤ ਜੀ ਚੇਤੇ ਵਿੱਚ ਜੇ ਕਰਕੇ ਰੱਖੀਏ, ਦ੍ਰਿੜ ਨਿਸ਼ਚੇ ਦੇ ਨਾਲ ਇਸ ਗੱਲ ਨੂੰ ਹਿਰਦੇ ਅੰਦਰ ਵਸਾ ਲਈਏ ਕਿ ਭਾਈ ਪੁਰਖਾ ਉਹ ਪਰਮਾਤਮਾ ਮੇਰੇ ਨਾਲ ਹੀ ਹੈ। ਗੁਰੂ ਜੀ ਤਾਂ ਭਾਈ ਬਾਣੀ ਅੰਦਰ ਕਹਿੰਦੇ, ਸਭ ਤੋਂ ਤੇਰੇ ਨੇੜੇ ਜੇਕਰ ਕਿ ਕੋਈ ਹੈ ਤਾਂ ਰੱਬ ਵਾਹਿਗੁਰੂ ਹੈ। ਇੰਨਾ ਤੱਕ ਕਹਿ ਦਿੰਦੇ ਕਿ ਭਾਈ ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ, ਤੇਰੇ ਹਿਰਦੇ ਅੰਦਰ ਹੀ ਪਰਮਾਤਮਾ ਵਸਿਆ ਹੋਇਆ। ਜੇਕਰ ਕਿ ਆਪਾਂ ਇਹ ਗੱਲ ਜਾਣ ਲਈਏ ਤਾਂ ਸਾਧ ਸੰਗਤ ਜੀ ਫਿਰ ਕਦੇ ਵੀ ਵਿਸ਼ੇ ਵਿਕਾਰ ਆਪਾਂ ਇਕੱਲੇ ਵਿੱਚ ਵੀ ਨਹੀਂ ਕਮਾ ਸਕਦੇ। ਬਾਹਰ ਦੀ ਤਾਂ ਗੱਲ ਛੱਡੋ, ਬਾਹਰ ਤਾਂ ਭਾਈ ਲੋਕਾਂ ਦਾ ਡਰ ਹੈ। ਜੇਕਰ ਕਿ ਅਸੀਂ ਕ੍ਰੋਧ ਕਰਾਂਗੇ, ਕਿਸੇ ਨੇ ਵੇਖ ਲਿਆ ਤਾਂ ਕਹਿਣਾ ਕਿੰਨਾ ਕ੍ਰੋਧੀ ਬੰਦਾ, ਕਿੰਨਾ ਹੰਕਾਰੀ ਬੰਦਾ। ਜੇਕਰ ਕਿ ਕੋਈ ਗਲਤ ਕੰਮ, ਕੋਈ ਦੁਸ਼ਕਰਮ ਕਰਾਂਗੇ, ਲੋਕਾਂ ਨੇ ਕਹਿ ਦੇਣਾ ਕਿਹੋ ਜਿਹਾ ਬੰਦਾ। ਪਰ ਮਸਕੀਨ ਜੀ ਦੀ ਗੱਲ ਚੇਤੇ ਅੰਦਰ ਸਾਧ ਸੰਗਤ ਜੀ ਬੜੀ ਆਉਂਦੀ ਹੈ। ਕਹਿੰਦੇ ਸਨ ਭਾਈ ਜਿਹੜਾ ਬੰਦਾ ਹੈ ਬਾਹਰਲੇ ਉਹਦੇ ਸਰੂਪ ਨੂੰ ਜੇਕਰ ਕੇ ਵੇਖੀਏ ਤਾਂ ਸਾਰੇ ਧਰਮੀ ਲੱਗਦੇ ਹਨ, ਸਾਰੇ ਬੜੇ ਸਿਆਣੇ ਲੱਗਦੇ ਹਨ। ਤੇ ਜਿਹੜੇ ਬਾਹਰਲੇ ਔਗੁਣਾਂ ਨੂੰ ਕਮਾਉਂਦੇ ਹਨ, ਜਿਵੇਂ ਕਿਸੇ ਨੇ ਚੋਰੀ ਕਰ ਲਈ, ਠੱਗੀ ਕਰ ਲਈ, ਕੋਈ ਗਲਤ ਕੰਮ ਕੀਤਾ, ਫੜਿਆ ਗਿਆ ਤਾਂ ਉਹਨੂੰ ਸਾਧ ਸੰਗਤ ਜੀ ਸਜ਼ਾ ਦਿੱਤੀ ਜਾਂਦੀ। ਉਹਦੇ ਲਈ
ਇੱਥੇ ਭਾਈ ਕੋਰਟ ਹੈ, ਉਹਦੇ ਲਈ ਕੋਰਟ ਕਚਹਿਰੀ ਹੈ, ਉੱਥੇ ਜਾ ਕੇ ਉਹਦਾ ਨਿਬੇੜਾ ਹੋ ਜਾਂਦਾ। ਪਰ ਭਾਈ ਮਨ ਕਰਕੇ ਜਿਨ੍ਹਾਂ ਨੇ ਕਰਮ ਕਮਾਏ ਉਹਨਾਂ ਦਾ ਸਾਧ ਸੰਗਤ ਜੀ ਨਿਬੇੜਾ ਕਿੱਥੇ ਹੈ? ਉਹਨਾਂ ਦਾ ਵੀ ਨਿਬੇੜਾ ਇੱਕ ਨਾ ਇੱਕ ਦਿਨ ਹੈ। ਕਿੱਥੇ ਭਾਈ? ਪ੍ਰਭੂ ਪਰਮਾਤਮਾ ਦੇ ਦਰ ਅੰਦਰ। ਸੋ ਹਿਰਦੇ ਅੰਦਰ ਵੀ ਜਿਹੜੇ ਸਾਡੇ ਵਿਚਾਰ ਆਂਦੇ ਉਹ ਵੀ ਬੜੇ ਸੋਚ ਵਿਚਾਰ ਕਰਕੇ ਸਾਧ ਸੰਗਤ ਜੀ ਉਹਨਾਂ ਨੂੰ ਵੇਖਣਾ ਚਾਹੀਦਾ। ਜੇਕਰ ਕਿ ਆਪਾਂ ਹਿਰਦੇ ਦੇ ਵਿਚਾਰਾਂ ਨੂੰ ਕੱਲੇ ਵੇਖੀ ਜਾਵਾਂਗੇ ਤਾਂ ਇੱਕ ਨਾ ਇੱਕ ਦਿਨ ਇਹਨਾਂ ਵਿਕਾਰਾਂ ਨੇ ਸਾਡੇ ਤੋਂ, ਇਹੋ ਜਿਹੇ ਪੈੜੇ ਵਿਚਾਰਾਂ ਨੇ ਹਿਰਦੇ ਅੰਦਰੋਂ ਦੂਰ ਹੋ ਜਾਣਾ। ਕਿਉਂਕਿ ਜਦੋਂ ਆਪਾਂ ਸਤਤ ਇੱਕ ਅਭਿਆਸ ਦੇ ਨਾਲ ਇਹਨਾਂ ਨੂੰ ਵੇਖਦੇ ਰਹੀਏ, ਅਭਿਆਸ ਕਰਦੇ ਰਹੀਏ, ਤਾਂ ਫਿਰ ਵਿਸ਼ੇ ਵਿਕਾਰ ਉਪਜਦੇ ਨਹੀਂ ਤੇ ਪੈੜੇ ਵਿਚਾਰ ਵੀ ਨਹੀਂ ਆਉਂਦੇ। ਫਿਰ ਸਾਨੂੰ ਕਿਸੇ ਦਾ ਡਰ ਹੀ ਨਹੀਂ ਹੁੰਦਾ। ਜਦੋਂ ਵਿਸ਼ੇ ਵਿਕਾਰ ਹੀ ਨਹੀਂ, ਫਿਰ ਕੱਲੇ ਵਿੱਚ ਕਮਾਉਣ ਜਾਂ ਸਾਰਿਆਂ ਦੇ ਸਨਮੁਖ, ਫਿਰ ਇਹ ਗੱਲ ਕਿਧਰੇ ਹੈ। ਪਰ ਭਾਈ ਗੁਰੂ ਜੀ ਕਹਿੰਦੇ ਬਹੁਤੀ ਸੰਸਾਰ ਦੇ ਦੁਨਿਆਵੀ ਲੋਕਾਂ ਦਾ ਭਾਈ ਹਾਲ ਕਿਹੋ ਜਿਹਾ ਹੋਇਆ। ਬਾਹਰ ਭਾਈ ਉਹਨਾਂ ਦੇ ਅੰਮ੍ਰਿਤ ਹੈ ਤੇ ਅੰਦਰ ਜ਼ਹਿਰ ਹੈ, ਤੇ ਭਾਈ ਨਾਲੇ ਹਿਰਦੇ ਕਰਕੇ ਬੜੇ ਕਪਟੀ ਹਨ। ਪਰ ਲੋਕਾਂ ਨੂੰ ਭਾਈ ਇੰਜ ਵਿਖਾਉਂਦੇ ਹਨ, ਇੰਜ ਵਿਖਾਉਂਦੇ ਹਨ ਕਿ ਅਸੀਂ ਭਾਈ ਬੜੇ ਚੰਗੇ ਹਾਂ, ਤੇ ਪਰਦੇ ਅੰਦਰ ਰਹਿ ਕੇ ਭਾਈ ਵਿਕਾਰਾਂ ਨੂੰ ਕਮਾਉਂਦੇ ਹਨ। ਖਿਨ ਮਹਿ ਪ੍ਰਗਟ ਹੋਏ ਸੰਸਾਰ। ਪਰ ਇੱਕ ਗੱਲ ਚੇਤੇ ਵਿੱਚ ਰੱਖਿਓ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਉਹ ਪਰਮਾਤਮਾ ਨੂੰ ਇੱਕ ਖਿਣ ਪਲ ਦਾ ਵੀ ਸਮਾਂ ਨਹੀਂ ਲੱਗਣਾ ਸੰਸਾਰ ਵਿੱਚ ਪ੍ਰਗਟ ਕਰਨ ਲਈ। ਇਹ ਗੱਲ ਨੂੰ ਚੇਤੇ ਰੱਖ ਕੇ ਫਿਰ ਕੋਈ ਕੰਮ ਕਰਿਆ ਕਰੋ। ਗੁਰੂ ਜੀ ਕਹਿੰਦੇ ਭਾਈ ਇੱਕ ਖਿਣ ਇੱਕ ਪਲ ਅੰਦਰ ਤੇਰੇ ਇਹਨਾਂ ਕੀਤੇ ਹੋਏ ਕਰਮਾਂ ਨੂੰ ਗੁਰੂ ਜੀ ਨੇ ਪ੍ਰਗਟ ਕਰਕੇ ਰੱਖ ਦੇਣਾ। ਸਾਧ ਸੰਗਤ ਜੀ ਪਤਾ ਨਹੀਂ ਕਦੋਂ ਉਹ ਸਮਾਂ ਆਣਾ। ਕਹਿੰਦੇ ਜਦੋਂ ਪਾਪਾਂ ਦਾ ਕੜਾ ਜਿਹੜਾ ਹੈ ਉਹ ਭਰ ਜਾਵੇ, ਪੂਰਾ ਹੋ ਜਾਵੇ, ਫਿਰ ਇੱਕ ਨਾ ਇੱਕ ਦਿਨ ਪ੍ਰਗਟ ਹੀ ਹੋ ਜਾਂਦਾ। ਇਹੋ ਜੀ ਗੱਲ ਹੈ, ਜਦੋਂ ਪਾਪਾਂ ਦੀ ਪੰਡ ਪਾਈ ਫਿਰ ਬਹੁਤੀ ਹੋ ਜਾਵੇ ਤਾਂ ਸੰਸਾਰ ਅੰਦਰ ਪ੍ਰਗਟ ਹੋ ਜਾਂਦੀ ਹੈ। ਇਸ ਲੋਕ ਤੇ ਪਰਲੋਕ ਦੇ ਸੁੱਖਾਂ ਨੂੰ ਉਹ ਭਾਈ ਗਵਾ ਲੈਂਦਾ ਹੈ। ਇੱਕ ਨਾ ਇੱਕ ਦਿਨ ਪੁਰਖਾ ਚੇਤੇ ਵਿੱਚ ਰੱਖੀ, ਗੁਰੂ ਜੀ ਨੇ ਖਿਣ ਪਲ ਦੇ ਅੰਦਰ ਹੀ ਤੇਰੇ ਕੀਤੇ ਹੋਏ ਕਰਮਾਂ ਨੂੰ ਪ੍ਰਗਟ ਕਰ ਦੇਣਾ ਹੈ। ਅੰਤਰ ਸਾਚ ਨਾਮ ਰਸ ਰਾਤਾ। ਇਸ ਲਈ ਭਾਈ ਹਿਰਦੇ ਅੰਦਰ ਸੱਚੇ ਨਾਮ, ਉਹ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਉਹਦੇ ਨਾਲ ਰਤ ਜਾ, ਉਹਦੇ ਨਾਲ ਮਗਨ ਹੋ ਜਾ, ਉਹਦੇ ਨਾਲ ਪ੍ਰੀਤੀ ਕਰ ਲੈ। ਜਿਹੜਾ ਸਾਰਿਆਂ ਤੋਂ ਵੱਡਾ ਕਹਿੰਦੇ ਸਾਧ ਸੰਗਤ ਜੀ ਪਰਮਾਤਮਾ ਤੋਂ ਵੀ ਵੱਡਾ ਉਸ ਦਾ ਨਾਮ। ਤੇ ਤੁਲਸੀ ਜੀ ਤਾਂ ਇਥੋਂ ਤੱਕ ਕਹਿੰਦੇ ਰਾਮ ਨਾ ਸਕਹੀ ਰਾਮ ਗੁਣ ਗਾਈ। ਵੱਡੇ ਵੱਡੇ ਅਵਤਾਰੀ ਪੁਰਸ਼ ਵੀ ਨਾਮ ਦੀ ਮਹਿਮਾ ਨਹੀਂ ਦੱਸ ਸਕਦੇ। ਇਹੋ ਜਿਹਾ ਭਾਈ ਵੱਡਾ ਪਰਮਾਤਮਾ ਦਾ ਨਾਮ ਹੈ। ਇੰਨੀ ਵੱਡੀ ਸਾਧ ਸੰਗਤ ਜੀ ਮਹਿਮਾ ਹੈ, ਜੇਕਰ ਕਿ ਆਪਾਂ ਦੱਸੀ ਜਾਈਏ ਨਾ ਇਹ ਵੀ ਸਮਾਂ ਕੱਟ ਪੈ ਜਾਣਾ। ਇੰਨੀ ਨਾਮ ਦੀ ਮਹੱਤਮਤਾ ਆਪ ਸਾਰੇ ਸੰਸਾਰ ਨੇ ਗਾਈ ਹੈ। ਸਾਰੀ ਨਾਮ ਦੀ ਮਹਿਮਾ ਨੂੰ ਗਾਉਂਦੇ ਹਨ। ਇਸ ਲਈ ਪੁਰਖਾਂ ਸੱਚੇ ਨਾਮ ਨੂੰ ਹਿਰਦੇ ਅੰਦਰ ਵਸਾਉਣਾ ਕਰ, ਉਹਦੇ ਨਾਲ ਰਤ ਜਾ। ਗੁਰੂ ਜੀ ਕਹਿੰਦੇ ਭਾਈ ਨਾਮ ਦੇ ਰਸ ਅੰਦਰ, ਨਾਮ ਰੂਪੀ ਪ੍ਰੇਮ ਦੇ ਰਸ ਅੰਦਰ ਰਤਿਆ ਜਾ। ਨਾਨਕ ਤਿਸ ਕਿਰਪਾਲ ਵਿਧਾਤਾ। ਤੇ ਪਰ ਇਹ ਕਿਰਪਾ ਨਾਮ ਦੀ ਕਦੋਂ ਪ੍ਰਾਪਤ ਹੁੰਦੀ? ਬੰਦਾ ਨਾਮ ਰਸ ਨੂੰ ਕਦੋਂ ਪ੍ਰਾਪਤ ਕਰਦਾ? ਜਿਸ ਦੇ ਉੱਤੇ ਉਹ ਵਿਧਾਤਾ ਮਾਲਿਕ ਵਾਹਿਗੁਰੂ ਕਿਰਪਾ ਪਾਤਰ ਹੋ ਜਾਵੇ, ਜਿਸ ਦੇ ਉੱਤੇ ਭਾਈ ਉਸ ਦੀ ਨਿਗਾਹ ਪੈ ਜਾਵੇ, ਦਇਆ ਦੀ ਦ੍ਰਿਸ਼ਟੀ ਪੈ ਜਾਵੇ। ਮਹਿਰ ਨਜ਼ਰ ਕੀ ਫਜ਼ਲ ਸੇ ਚਿਤਵਹੁ ਦੀਨ ਦਿਆਲ। ਜਦੋਂ ਦੀਨ ਦਿਆਲ ਸਤਿਗੁਰੂ ਜੀ ਮਹਿਰਾ ਭਰੀ ਅੱਖਾਂ ਨਾਲ ਸਾਨੂੰ ਭਾਈ ਵੇਖ ਲਵੇ, ਕਿਰਪਾ ਕਟਾਸ਼ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਜਦੋਂ ਭਾਈ ਆਪਣੀ ਕਿਰਪਾ ਕਟਾਸ਼ ਨਾਲ ਗੁਰੂ ਜੀ ਵੇਖ ਲੈਂਦੇ ਹਨ ਤਾਂ ਭਾਈ ਦੁੱਖਾਂ ਰੋਗਾਂ ਨੂੰ ਪਾਪਾਂ ਨੂੰ ਕੱਟ ਕੇ ਨਾਮ ਦੀਆਂ ਦਾਤਾਂ ਦੇ ਦਿੰਦੇ ਹਨ। ਸਤਿਗੁਰੂ ਦਾਤਾ ਹਰ ਨਾਮ ਕਾ, ਉਹ ਵਾਹਿਗੁਰੂ ਪੂਰੇ ਨਾਮ ਦਾ ਦਾਤਾ ਹੈ, ਦਾਤਾਰ ਹੈ। ਸਭ ਤੋਂ ਵੱਡੀ ਦਾਤ, ਸਭ ਤੋਂ ਵੱਡੀ ਕਿਰਪਾ ਕੀ ਕਰਦਾ ਕਿ ਹਿਰਦੇ ਦੇ ਵਿੱਚ ਨਾਂ ਦੇ ਦਿੰਦਾ। ਜੇਕਰ ਕਿ ਸਾਧ ਸੰਗਤ ਜੀ ਨਾਮ ਪ੍ਰਾਪਤ ਹੋ ਜਾਵੇ ਤਾਂ ਜਾਣ ਲਵੋ ਕਿ ਸੰਸਾਰ ਦੇ ਅੰਦਰ ਤੁਹਾਡੇ ਤੋਂ ਵੱਡਾ ਕਿਰਪਾ ਪਾਤਰ ਕੋਈ ਹੈ ਹੀ ਨਹੀਂ। ਇੰਨੀ ਕਿਰਪਾ ਉਸ ਜੀ ਨੂੰ ਪ੍ਰਾਪਤ ਹੁੰਦੀ ਜਿਹਦੇ ਅੰਦਰ ਭਾਈ ਨਾਮ ਹੈ। ਸਾਡਾ ਤਾਂ ਸਾਧ ਸੰਗਤ ਜੀ ਸਿਧਾਂਤ ਹੀ ਹੈ। ਗੁਰੂ ਪਾਤਸ਼ਾਹ ਜੀ ਨੇ ਆਖਿਆ ਭਾਈ ਗੁਰ ਪ੍ਰਸਾਦ। ਸਾਡੇ ਮੂਲ ਮੰਗਲਾ ਚਰਨ ਦੇ ਵਿੱਚ ਹੀ ਆਪਾਂ ਉਚਾਰਨ ਕਰਦੇ ਓੰਕਾਰ ਸਤਿਗੁਰ ਪ੍ਰਸਾਦ, ਕਿ ਭਾਈ ਪਰਮਾਤਮਾ ਇੱਕ ਹੈ ਤੇ
ਪ੍ਰਾਪਤ ਕਿਤੋਂ ਹੁੰਦਾ? ਗੁਰੂ ਦੀ ਕਿਰਪਾ ਦੁਆਰਾ। ਸੋ ਗੁਰੂ ਦੀ ਕਿਰਪਾ ਸਾਰਿਆਂ ਤੋਂ ਵੱਡੀ ਹੈ। ਗੁਰੂ ਦੀ ਕਿਰਪਾ ਕਰਕੇ ਹੀ ਭਾਈ ਨਾਮ ਪ੍ਰਾਪਤ ਹੁੰਦਾ ਹੈ। ਤੇ ਜਦੋਂ ਨਾਮ ਪ੍ਰਾਪਤ ਹੋ ਜਾਵੇ ਫਿਰ ਸਾਧ ਸੰਗਤ ਜੀ ਇਹ ਜਿਹੜੀਆਂ ਗੱਲਾਂ ਆਪਾਂ ਨੇ ਵਿਚਾਰਿਆ ਕਿ ਚੰਗੇ ਕਰਮ ਮਾੜੇ ਕਰਮ, ਉੱਥੇ ਤਾਂ ਕਰਮਾਂ ਦੀ ਗੱਲ ਹੀ ਮੁੱਕ ਜਾਂਦੀ। ਮਨ ਪਰਬੋਧੋ ਹਰਿ ਕੇ ਨਾਏ, ਦਹਿ ਦਿਸ ਧਾਵਤ ਆਵੇ ਠਾਏ। ਇਹ ਮਨ ਜਿਹੜਾ ਇੱਥੇ ਉੱਥੇ ਭਜਦਾ ਫਿਰਦਾ ਭਟਕਦਾ ਫਿਰਦਾ ਵਿਚਾਰਾਂ ਦੇ ਅੰਦਰ ਚੰਗੇ ਮਾੜੇ, ਇਹ ਸਾਧ ਸੰਗਤ ਜੀ ਵਸ ਅੰਦਰ ਆ ਜਾਂਦਾ ਨਾਮ ਕਰਕੇ। ਫਿਰ ਇਸ ਗੱਲ ਬਾਰੇ ਸਾਨੂੰ ਵਿਚਾਰਨਾ ਹੀ ਨਹੀਂ ਪੈਂਦਾ ਕਿ ਕਿਹੜੇ ਪਾਪ ਹਨ ਕਿਹੜੇ ਨਹੀਂ ਹਨ। ਕੌਣ ਭਾਈ ਪਾਪਾ ਤੇ ਪੁੰਨਾਂ ਨੂੰ ਵਿਚਾਰੇ, ਕੌਣ ਭਾਈ ਉਹਨਾਂ ਦਾ ਲੇਖਾ ਜੋਖਾ ਕਰੇ। ਸੰਸਾਰ ਅੰਦਰ ਸਭ ਤੋਂ ਸੌਖਾ ਕੰਮ ਹੈ ਭਾਈ ਕਿ ਨਾਮ ਜਪ ਲੈਣਾ, ਪਰ ਲੱਗਦਾ ਬੜਾ ਔਖਾ। ਸੋ ਗੁਰੂ ਪਾਤਸ਼ਾਹ ਜੀ ਜਿਸ ਦੇ ਉੱਤੇ ਕਿਰਪਾ ਕਰ ਦੇਵੇ, ਉਹ ਪੂਰਾ ਗੁਰੂ ਜਿਹੜਾ ਵਿਦਾਤਾ ਹੈ, ਜਿਹੜਾ ਸੰਸਾਰ ਨੂੰ ਬਣਾਉਣ ਵਾਲਾ, ਜੇ ਕਰਕੇ ਉਸ ਦੀ ਕਿਰਪਾ ਹੋਵੇ ਤਾਂ ਹੀ ਭਾਈ ਇਸ ਜੀ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕੌੜੀ ਮਹੱਲਾ ਪੰਜਵਾ। ਆਗੇ ਗੁਰੂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ ਗੌੜੀ ਰਾਗ ਅੰਦਰ। ਰਾਮ ਰੰਗ ਕਦੇ ਉਤਰ ਨ ਜਾਏ। ਜਿਹੜਾ ਵਾਹਿਗੁਰੂ ਦਾ ਨਾਮ ਦਾ ਰੰਗ ਹੈ ਉਹ ਭਾਈ ਕਦੇ ਵੀ ਸਾਡੇ ਹਿਰਦੇ ਵਿੱਚੋਂ ਉਤਰੇ ਨਾ। ਉਸ ਪ੍ਰਮਾਤਮਾ ਵਾਹਿਗੁਰੂ ਅੱਗੇ ਬੇਨਤੀਆਂ ਰਜੂਈਆਂ ਕਰਦੇ ਹਨ ਕਿ ਇਹ ਨਾਮ ਦਾ ਜਿਹੜਾ ਰੰਗ ਹੈ ਵਾਹਿਗੁਰੂ ਜੀ ਇਹੋ ਜੀ ਕਿਰਪਾ ਕਰੋ ਕਿ ਸਾਡੇ ਹਿਰਦੇ ਦੇ ਵਿੱਚੋਂ ਇਹ ਨਾਮ ਦਾ ਰੰਗ ਕਦੇ ਵੀ ਨਾ ਉਤਰੇ। ਭਾਵੇਂ ਜਿੰਨੀਆਂ ਹੀ ਮਰਜ਼ੀਆਂ ਔਖਿਆਈਆਂ ਸਾਨੂੰ ਕਿਉਂ ਨਾ ਆ ਜਾਣ, ਜਿੰਨਾ ਮਰਜ਼ੀ ਸਾਨੂੰ ਕਸ਼ਟ ਦੁੱਖ ਕਿਉਂ ਨਾ ਪ੍ਰਾਪਤ ਹੋ ਜਾਵੇ, ਤੇ ਤਾਂ ਵੀ ਭਾਈ ਇਹ ਨਾਮ ਸਾਡੇ ਹਿਰਦੇ ਅੰਦਰੋਂ ਨਾ ਵਿਸਰੇ। ਇਹੋ ਜੀ ਗੁਰੂ ਪਾਤਸ਼ਾਹ ਜੀ ਦੀ ਅਰਦਾਸ ਹੈ, ਮਤ ਦੇਖ ਪੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ। ਇਹੋ ਤਾਂ ਗੱਲ ਕਹਿੰਦੇ ਹਰ ਬਿਨ ਉਹ ਪਰਮਾਤਮਾ ਦੇ ਬਿਗਰ ਸਾਡਾ ਜਿਹੜਾ ਹਿਰਦਾ ਹੈ ਭਾਈ ਉਹ ਸੜ ਜਾਵੇ, ਸਾਡਾ ਹਿਰਦਾ ਭਾਈ ਸੁਆਹ ਹੋ ਜਾਵੇ ਜੇਕਰ ਕਿ ਉਹਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ। ਸੋ ਬੇਨਤੀਆਂ ਕਰਦੇ ਹਨ ਕਿ ਇਹ ਗੁਰੂ ਪਾਤਸ਼ਾਹ ਕਿਰਪਾ ਕਰੋ, ਉਹ ਸਾਡਾ ਜਿਹੜਾ ਹਿਰਦੇ ਅੰਦਰ ਵਸਿਆ ਹੋਇਆ ਨਾਮ ਹੈ ਨਾ, ਤੇ ਉਸ ਦਾ ਫਿਰ ਜਿਹੜਾ ਰੰਗ ਹੈ ਜਿਹੜਾ ਬੜਾ ਗੂੜਾ ਰੰਗ ਹੈ, ਨਾਮ ਜਪਣ ਨਾਲ ਮੱਥੇ ਉਜਲ ਹੋ ਜਾਂਦੇ ਹਨ। ਇਹ ਸਾਡੇ ਚਿਹਰੇ ਦੇ ਉੱਤੇ ਜਿਹੜੀ ਲਾਲੀ ਛਾ ਜਾਂਦੀ ਹੈ, ਵਾਹਿਗੁਰੂ ਜੀ ਉਹ ਨਾਮ ਦੀ ਜਿਹੜੀ ਲਾਲੀ ਹੈ ਉਹ ਕਦੇ ਵੀ ਨਾ ਉਤਾਰਨਾ ਕਰੋ। ਗੁਰਪੂਰਾ ਜਿਸ ਦੇ ਬੁਝਾਏ। ਤੇ ਇਹ ਕਿੱਥੋਂ ਪ੍ਰਾਪਤ ਹੁੰਦੀ ਹੈ ਨਾਮ ਦੀ ਦਾਤ? ਗੁਰਪੂਰਾ ਜਿਸ ਦੇਹ ਬੁਝਾਏ, ਜਿਹਨੂੰ ਪੂਰਾ ਗੁਰੂ ਕਿਰਪਾ ਕਰ ਦਵੇ। ਆਪ ਗੁਰੂ ਪਾਤਸ਼ਾਹ ਜੀ ਆ ਕਰਕੇ ਉਸ ਨੂੰ ਇਹ ਗੱਲ ਸਮਝਾ ਦੇਣ ਕਿ ਭਾਈ ਪੁਰਖਾ ਨਾਮ ਦਾ ਰੰਗ ਸਾਰਿਆਂ ਤੋਂ ਵੱਡਾ ਹੈ। ਕਿਵੇਂ ਨਾਮ ਜਪਣਾ, ਕਿਵੇਂ ਪ੍ਰੀਤੀ ਕਰਨੀ, ਕਿਵੇਂ ਭਾਈ ਨਾਮ ਨੂੰ ਆਰਾਧਨਾ। ਜੇ ਕਰਕੇ ਕੋਈ ਆ ਕੇ ਇਹ ਗੱਲ ਸਮਝਾ ਦਵੇ, ਪੂਰਾ ਗੁਰੂ ਆ ਕਰਕੇ ਗੱਲ ਸਮਝਾ ਦਵੇ, ਤਾਂ ਹੀ ਸਾਧ ਸੰਗਤ ਜੀ ਨਾਮ ਦਾ ਰੰਗ ਚੜਦਾ, ਫਿਰ ਕਦੇ ਵੀ ਨਾ ਉਤਰਦਾ, ਉਤਾਰਿਆ ਵੀ ਨਹੀਂ ਉਤਰਦਾ। ਇਹੋ ਜਿਹਾ ਭਾਈ ਉਹ ਨਾਮ ਦਾ ਗੂੜਾ ਰੰਗ ਹੈ ਜਿਹਨੂੰ ਪੂਰੇ ਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰਕੇ ਬਖਸ਼ਦੇ ਹਨ। ਹਰ ਰੰਗ ਰਾਤਾ ਸੋ ਮਨ ਸਾਚਾ। ਤੇ ਭਾਈ ਉਹ ਸੱਚਾ ਹੈ ਜਿਹੜਾ ਹਰ ਰੰਗ ਦੇ ਵਿੱਚ ਰਤਿਆ ਗਿਆ। ਲੋਕ ਜਿਹੜੇ ਹਨ ਭਾਈ ਕੋਈ ਕਿਹਦੇ ਵਿੱਚ ਰਤਿਆ ਗਿਆ, ਰੱਤਾ ਪੈਨਣ ਮਨ ਰੱਤਾ। ਕਿਸੇ ਦਾ ਮਨ ਕੁਛ ਪਾਉਣ ਵਿੱਚ ਰਤਿਆ ਗਿਆ, ਪਾਓ ਬਹੁਤ ਹੀ ਪਸੰਦ ਆ ਗਿਆ। ਕਿਸੇ ਨੂੰ ਕੋਈ ਖਾਣ ਪੀਣ ਦੇ ਪਦਾਰਥ ਆ ਗਏ, ਕਿਸੇ ਨੂੰ ਭਾਈ ਵਿਸ਼ੇ ਵਿਕਾਰ ਇਤੀ ਆਦਿ, ਕਿਸੇ ਨੂੰ ਕੋਈ ਪਦਾਰਥਾਂ ਦਾ ਲਾਲਚ। ਪਰ ਉਹ ਵਿਰਲੇ ਹੀ ਹਨ ਜਿਨ੍ਹਾਂ ਨੂੰ ਭਾਈ ਨਾਮ ਨਾਲ ਪ੍ਰੀਤੀ ਹੈ। ਇਸ ਲਈ ਭਾਈ ਉਹ ਸੱਚ ਹਨ, ਜਿਨ੍ਹਾਂ ਨੇ ਸੱਚ ਨੂੰ ਆਰਾਧਿਆ ਉਹ ਤਾਂ ਸੱਚ ਹੀ ਹੋਣਗੇ। ਉਹ ਪਰਮਾਤਮਾ ਸੱਚ ਦਾ ਸਰੂਪ ਹੈ, ਇਸ ਲਈ ਉਹਦਾ ਨਾਮ ਵੀ ਸੱਚਾ ਹੈ। ਤੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ ਉਹ ਵੀ ਭਾਈ ਸੱਚੇ ਹੀ ਫਿਰ ਹੋਏ ਹਨ। ਲਾਲ ਰੰਗ ਪੂਰਨ ਪੁਰਖ ਵਿਧਾਤਾ। ਤੇ ਗੁਰੂ ਜੀ ਕਹਿੰਦੇ ਭਾਈ ਜਿਹਨੂੰ ਉਹ ਲਾਲ ਰੰਗ ਪ੍ਰਾਪਤ ਹੋ ਗਿਆ ਉਹ ਪੂਰਨ ਪੁਰਖ ਵਿਧਾਤਾ,
ਉਹ ਪਰਮਾਤਮਾ ਦਾ ਸਰੂਪ ਹੀ ਬਣ ਜਾਂਦਾ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਕੇ ਜਾ ਕਾ ਸਤਿਗੁਰੂ ਪੂਰਾ। ਕਿਹੋ ਜਿਹਾ ਭਾਈ ਉਹ ਪੁਰਖ ਹੈ? ਗੁਰੂ ਜੀ ਤਾਂ ਕਹਿੰਦੇ ਸੰਸਾਰ ਅੰਦਰ ਉਹੀ ਸੂਰਾ ਹੈ, ਪ੍ਰਧਾਨ ਹੈ, ਜਿਹਨੂੰ ਨਾਮ ਦਾ ਭਾਈ ਰੰਗ ਚੜ ਜਾਂਦਾ, ਨਾਮ ਦੀ ਲਾਲੀ ਚੜ ਜਾਂਦੀ। ਉਹਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਪੂਰਨ ਪੁਰਖ ਵਿਦਾਤਾ, ਉਹ ਵਾਹਿਗੁਰੂ ਦੀ ਕਿਰਪਾ ਦੁਆਰਾ ਉਸ ਦਾ ਹੀ ਸਰੂਪ ਬਣ ਜਾਂਦਾ। ਜਿਵੇਂ ਕਬੀਰ ਜੀ ਨੇ ਪਾਈ ਜਪਿਆ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰਦਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਉਸ ਦੇ ਗੁਣ ਗਾਉਣ ਕਰਕੇ, ਉਹਦੇ ਨਾਮ ਦੇ ਰੰਗ ਵਿੱਚ ਰੰਗ ਜਾਣ ਕਰਕੇ ਸਾਧ ਸੰਗਤ ਜੀ ਉਸ ਦਾ ਹੀ ਸਰੂਪ ਬਣ ਜਾਈਦਾ। ਇਹੋ ਜਿਹਾ ਪਰਮਾਤਮਾ ਦਾ ਨਾਮ ਹੈ। ਜਿਹੜਾ ਨਾਮ ਜਪਦਾ ਉਹ ਨਾਮੀ ਨੂੰ ਤੇ ਨੇਮੀ ਨੂੰ ਇੱਕ ਮਿਕ ਕਰ ਦਿੰਦਾ। ਨੇਮੀ ਹੋ ਗਿਆ ਜਿਹੜਾ ਨਾਮ ਜਪਣ ਵਾਲਾ, ਤੇ ਨਾਮੀ ਹੋ ਗਿਆ ਜਿਸ ਦਾ ਆਪਾਂ ਨਾਮ ਜਪਦੇ। ਇਹ ਭਾਈ ਤਿੰਨਾਂ ਨੂੰ ਇੱਕ ਕਰ ਦਿੰਦਾ ਉਹ ਹੈ ਪ੍ਰਭੂ ਪਰਮਾਤਮਾ ਦਾ ਨਾਮ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੇ ਪਛਾਨੀ। ਇਹੋ ਜੀ ਭਾਈ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ ਕਿ ਵਾਹਿਗੁਰੂ ਦੇ ਸਰੂਪ ਹੀ ਭਾਈ ਉਹ ਬਣ ਜਾਂਦੇ ਹਨ। ਵਿਸ਼ਰਾਮ ਦੇ ਕਰਕੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ, ਸੰਤ ਸੰਗ ਬਸ ਗੁਣ ਗਾਏ। ਭਾਈ ਜਦੋਂ ਵਾਹਿਗੁਰੂ ਦੇ ਸੰਤਾਂ ਦਾ ਸੰਗ ਕੀਤਾ, ਉਹਨਾਂ ਨਾਲ ਬਹਿ ਕਰਕੇ ਉਹ ਵਾਹਿਗੁਰੂ ਦੇ ਗੁਣਾਂ ਦਾ ਜਦੋਂ ਗਾਇਨ ਕੀਤਾ ਹੈ ਤਾਂ ਕੀ ਹੁੰਦਾ? ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ, ਰੰਗ ਨਾ ਉਤਰਾ ਜਾਏ। ਉਸ ਦਾ ਨਾਮ ਦਾ ਰੰਗ ਫਿਰ ਕਦੇ ਵੀ ਨਹੀਂ ਉਤਰਦਾ। ਜਿੰਨੀ ਮਰਜੀ ਸਾਧ ਸੰਗਤ ਜੀ ਭਾਵੇਂ ਉਹ ਸੰਸਾਰ ਅੰਦਰ ਵਿਚਰੇ, ਜਿੱਥੇ ਮਰਜੀ ਜਾਵੇ, ਜੇਕਰ ਕਿ ਨਰਕਾਂ ਨੂੰ ਵੀ ਸਾਧ ਸੰਗਤ ਜੀ ਚਲਾ ਜਾਵੇ ਤਾਂ ਉੱਥੇ ਵੀ ਨਾਮ ਦਾ ਰੰਗ ਨਹੀਂ ਉਤਰੇਗਾ। ਉੱਥੇ ਵੀ ਸਾਰਿਆਂ ਦਾ ਛੜ ਛੜਾ ਕਰਾ ਕੇ ਉਹ ਭਾਈ ਵਾਹਿਗੁਰੂ ਦੇ ਦਰ ਤੇ ਲੈ ਕੇ ਜਾਵੇਗਾ। ਇਹੋ ਜਿਹਾ ਉਹ ਬੰਦਾ ਹੋ ਜਾਂਦਾ ਜਿਸ ਦੇ ਉੱਤੇ ਭਾਈ ਸੰਤਾਂ ਦੀ ਕਿਰਪਾ ਹੈ। ਇਸ ਲਈ ਕਬੀਰ ਜੀ ਕਹਿੰਦੇ ਹਨ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਇਕਤ ਹੀ ਪੁਨੀਤ ਹੋਏ ਭੇਟਤ ਜਪੀਏ ਨਾਉ। ਕਿਹੋ ਜਿਹੇ ਸੰਤਾਂ ਦਾ ਸੰਗ ਕਰਨ ਦਾ ਫਾਇਦਾ? ਜੇਕਰ ਕਿ ਕੱਲੇ ਸੰਤਾਂ ਦੇ ਦਰਸ਼ਨ ਹੀ ਸਾਧ ਸੰਗਤ ਜੀ ਸਾਨੂੰ ਹੋ ਜਾਣ ਤਾਂ ਕਬੀਰ ਜੀ ਕਹਿੰਦੇ ਭਾਈ ਇਹ ਹਿਰਦਾ ਪੁਨੀਤ ਹੋ ਜਾਂਦਾ, ਪਵਿੱਤਰ 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 ਪੁਨੀਤ ਇੰਨਾ ਪਵਿੱਤਰ ਹੋ ਜਾਂਦਾ। ਤੇ ਭੇਟਤ ਜਪੀਏ ਨਾਉ, ਉਹਨਾਂ ਨੂੰ ਮਿਲ ਕਰਕੇ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ। ਇੰਨਾ ਭਾਈ ਸੰਤਾਂ ਦੀ ਸੰਗ ਦਾ ਇੰਨਾ ਜ਼ਿਆਦਾ ਮਹੱਤਵ ਹੈ। ਜੇਕਰ ਕਿ ਸੰਤਾਂ ਦਾ ਸੰਗ ਕਿਸੇ ਨੂੰ ਪ੍ਰਾਪਤ ਹੋ ਗਿਆ, ਇੱਕ ਗੱਲ ਜਾਣ ਲਓ, ਸੰਤ ਸਹਾਈ ਜੀ ਕੇ ਇਹ ਜਿਹੜੇ ਸੰਤ ਹਨ ਇਹ ਭਾਈ ਹਿਰਦੇ ਦੇ ਸਹਾਇਤਾ ਕਰਨ ਵਾਲੇ ਬਣ ਜਾਂਦੇ ਹਨ। ਇਹ ਫਿਰ ਸਾਧ ਸੰਗਤ ਜੀ ਸਾਡੇ ਦੁੱਖ ਰੋਗ ਕੱਟ ਕੇ ਆਪਣੇ ਆਪ ਤੇ ਦੁੱਖ ਰੋਗ ਕਸ਼ਟ ਲੈ ਕਰਕੇ ਸੰਸਾਰ ਨੂੰ ਤਾਰ ਲੈਂਦੇ ਹਨ। ਇਸ ਲਈ ਭਾਈ ਜਨਮ ਮਰਨ ਦੋਹੁ ਮੈਂ ਨਾਈ, ਜਨ ਪਰ ਉਪਕਾਰੀ ਆਏ। ਉਹ ਜਨਮ ਮਰਨ ਤੋਂ ਪਰੇ ਹਨ ਸੰਤ ਜਨ। ਜਿੱਥੇ ਆਪ ਉਹ ਪਰੇ ਹਨ ਤੇ ਔਰਾਂ ਨੂੰ ਵੀ ਨਾਮ ਦੇ ਕਰਕੇ ਭਾਈ ਜਨਮ ਮਰਨ ਦੇ ਬੰਧਨਾਂ ਵਿੱਚੋਂ ਉਹ ਕੱਟ ਲੈਂਦੇ। ਇਹੋ ਜੀ ਸੰਤਾਂ ਦੀ ਸੰਗ ਦੀ ਮਹਿਮਾ। ਤੀਰਥ ਕੀਏ ਫਲ ਏਕ ਹੈ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਤੀਰਥਾਂ ਤੇ ਜਾਓਗੇ ਕਿੰਨਾ ਕੁ ਫਲ ਪ੍ਰਾਪਤ ਹੋਵੇਗਾ, ਪਰ ਸੰਤਾਂ ਦੇ ਕੋਲ ਉਸ ਤੋਂ ਜ਼ਿਆਦਾ ਫਲ ਹੈ। ਠੀਕ ਹੈ ਭਾਈ ਪੂਰੇ ਗੁਰੂ ਦੇ ਕੋਲ ਤਾਂ ਸਾਰੀਆਂ ਦਾਤਾਂ, ਤੇ ਨਾਲੇ ਭਾਈ ਸੰਤਾਂ ਦੇ ਕੋਲ ਜੇ ਕਰਕੇ ਜਾਈਏ ਤੇ ਸਾਧ ਸੰਗਤ ਜੀ ਉੱਥੇ ਜਾ ਕਰਕੇ ਉਹਨਾਂ ਦੇ ਉਪਦੇਸ਼ਾਂ ਨੂੰ ਕਮਾਈਏ, ਉਹਨਾਂ ਦੇ ਬਚਨਾਂ ਨੂੰ ਕਮਾਈਏ। ਜੇ ਕਰਕੇ ਉਹਨਾਂ ਦੇ ਉਪਦੇਸ਼ਾਂ ਨੂੰ ਕਮਾਓਗੇ, ਬਚਨਾਂ ਨੂੰ ਕਮਾਵੋਗੇ, ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਫਿਰ ਉਹ ਸੰਤਾਂ ਦੇ ਜਿਹੜੇ ਬਚਨ ਹੁੰਦੇ ਹਨ ਉਹ ਫਿਰ ਲੋਕ ਪਰਲੋਕ ਦੇ ਸੁੱਖ ਬਖਸ਼ਿਸ਼ ਕਰ ਦਿੰਦੇ ਹਨ। ਉਹ ਭਾਈ ਤੁਹਾਨੂੰ ਸੰਸਾਰ ਵਿੱਚੋਂ ਤਾਰ ਦਿੰਦੇ ਹਨ। ਉਹ ਇਸ ਸੰਸਾਰ ਦੇ ਵਿੱਚੋਂ ਤੁਹਾਨੂੰ ਮੁਕਤ ਕਰਾ ਦਿੰਦੇ ਹਨ। ਇਸ ਲਈ ਸੰਤਾਂ ਦੀ ਸੰਗ ਤੇ ਉਹਨਾਂ ਦੀ ਸੰਗਤ ਕਰਨੀ ਬੜੀ ਲਾਜ਼ਮੀ ਹੈ ਤੇ ਵੱਡੇ ਪ੍ਰਾਪਤ ਕਰਕੇ ਹੀ ਇਹ ਸੰਤਾਂ ਦਾ ਸੰਗ ਪ੍ਰਾਪਤ ਹੁੰਦਾ। ਵੱਡੇ ਭਾਗਾ ਵਾਲੀ ਗੱਲ ਹੈ ਤੇ ਜਿਸ ਨੂੰ ਪ੍ਰਾਪਤ ਹੋ ਜਾਵੇ ਫਿਰ ਭਾਈ ਉਸ ਬੰਦੇ ਦੀ ਤਾਂ ਫਿਰ ਪੈਜਾ ਹੈ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਪੁਰਖਾ ਸੰਤਾਂ ਦੀ ਜਦੋਂ ਸੰਗ ਪ੍ਰਾਪਤ ਹੋ ਗਈ ਫਿਰ ਕੀ ਹੋਇਆ? ਇਹ ਜਿਹੜਾ ਸਾਡਾ ਮਨ ਸੀਗਾ ਉਹ ਨਾਮ ਦੇ ਰੰਗ ਅੰਦਰ ਰਤਿਆ ਗਿਆ
ਪੂਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹੋ ਜੀ ਕਿਰਪਾ ਕੀਤੀ ਕਿ ਫਿਰ ਨਾਮ ਦਾ ਰੰਗ ਕਦੇ ਵੀ ਨਹੀਂ ਉਤਰਦਾ ਹੈ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਸੋ ਇੱਕ ਗੱਲ और ਜਾਣ ਲਵੋ, ਕਹਿੰਦੇ ਬਿਗਰ ਸਿਮਰਨ ਤੋਂ ਕਿਸੇ ਨੇ ਸੁਖ ਨਹੀਂ ਪਾਇਆ। ਸੁਖ ਨਾਹੀ ਬਹੁਤੇ ਦਿਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕਦੋਂ ਭਾਈ ਪੂਰੇ ਸੁੱਖਾਂ ਨੇ ਪ੍ਰਾਪਤ ਹੋਣਾ? ਜਦੋਂ ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਹੈ। ਇੰਨਾ ਸੁਖ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਅੰਦਰ ਹੈ। ਕੀ ਆਪਾਂ ਪਰਿਭਾਸ਼ਾ ਕਰੀਏ ਉਸ ਸੁਖ ਦੀ, ਜਿਹੜਾ ਆਪ ਸਤ ਚਿਤ ਆਨੰਦ ਦਾ ਸਰੂਪ ਮਾਲਿਕ ਹੈ, ਤੇ ਉਸ ਦਾ ਜਿਹੜਾ ਨਾਮ ਹੈ ਆਪ ਉਹ ਆਨੰਦ ਦਾ ਦਾਤਾ ਹੈ, ਆਨੰਦ ਦਾ ਮੂਲ ਹੈ, ਮੁੱਢ ਹੈ। ਤੇ ਉਸ ਦੇ ਨਾਮ ਨੂੰ ਜਦੋਂ ਆਰਾਧੋਗੇ ਤੇ ਤੁਸੀਂ ਵੀ ਸਤ ਚਿਤ ਆਨੰਦ ਦਾ ਸਰੂਪ ਬਣ ਜਾਣਾ। ਤੇ ਜਦੋਂ ਸਰੂਪੀ ਬਣ ਜਾਣਾ, ਫਿਰ ਭਾਈ ਕਿਹੋ ਜਿਹਾ ਸੁਖ ਨਾਮ ਅੰਦਰ ਪ੍ਰਾਪਤ ਹੋਣਾ, ਜਿਹੜਾ ਭਾਈ ਕਿੱਥੇ ਵੀ ਤੁਹਾਨੂੰ ਲੱਭਣਾ ਸੰਸਾਰ ਅੰਦਰ, ਉਹ ਸੁਖ ਨਾਮ ਦੇ ਅੰਦਰ ਸਾਧ ਸੰਗਤ ਜੀ ਲੱਭਦਾ। ਪਰ ਭਾਈ ਗੱਲ ਹੈ, ਕੋਈ ਬਹਿ ਕੇ ਜਪੇ ਸ਼੍ਰੀ ਵਾਹਿਗੁਰੂ, ਕੋਈ ਭਾਈ ਆਰਾਧੇ ਉਹਦੇ ਨਾਮ ਨੂੰ, ਕੋਈ ਜਪੇ ਤਾਂ ਸਹੀ, ਜਪ ਕਰਕੇ ਤਾਂ ਵੇਖ ਲੋ ਕਿ ਸਾਧ ਸੰਗਤ ਜੀ ਕਿਹੋ ਜਿਹਾ ਸੁਖ ਪ੍ਰਾਪਤ ਹੁੰਦਾ। ਤਾਈ ਤਾਂ ਭਾਈ ਭਗਤ ਜਨਾਂ ਨੇ ਕਿਹੋ ਜਿਹਾ ਜੀਵਨ ਬਤੀਤ ਕੀਤਾ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਦਿਆਨ ਪਰਮਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਰਸ ਪਿੰਨਾ। ਨਾਮ ਦੇ ਨਾਲ ਜਦੋਂ ਸਾਧ ਸੰਗਤ ਜੀ ਭਿੱਜ ਗਏ, ਨਾਮ ਦਾ ਰੰਗ ਚੜ ਗਿਆ ਤੇ ਰਾਜੇ ਬਣ ਗਏ ਸੰਸਾਰ ਦੇ। ਭਾਵੇਂ ਕਿਹੋ ਜੀ ਉਹਨਾਂ ਦੀ ਹਾਲਾਤ ਕਿਉਂ ਨਾ ਸਨ, ਕਿਹੋ ਜਿਹੇ ਹਾਲਾਤਾਂ ਅੰਦਰ ਜੀਵਨ ਨੇ ਬਤੀਤ ਕੀਤਾ, ਪਰ ਭਾਈ ਉਹਦੇ ਅੰਦਰ ਸੁਖੀ ਸਨ। ਇੱਕ ਸਾਧ ਸੰਗਤ ਜੀ ਬਹੁਤ ਸੋਹਣੀ ਵਾਰਤਾ ਚੇਤੇ ਵਿੱਚ ਆਈ ਹੈ। ਇੱਕ ਵਾਰੀ ਦੀ ਗੱਲ ਹੈ, ਇੱਕ ਬੰਦਾ ਸੀਗਾ ਬੜੇ ਉਲਾਂਬੇ ਦਿੰਦਾ ਰੱਬ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ। ਆਪਾਂ ਵੀ ਸਾਧ ਸੰਗਤ ਜੀ ਕਿੰਨੇ ਉਲਾਂਬੇ ਦੇ ਦਿੰਦੇ ਜਦੋਂ ਸਾਨੂੰ ਦੁੱਖ ਆ ਜਾਵੇ। ਠੀਕ ਹੈ ਭਾਈ, ਸੁੱਖ ਦੁੱਖ ਤਾਂ ਸੁੱਖ ਜਿੱਥੇ ਆਣਾ ਉੱਥੇ ਦੁੱਖ ਨੇ ਵੀ ਆਣਾ, ਸਹਿਜ ਸੁਭਾਵਕ ਇੱਕ ਗੱਲ ਹੈ। ਸੁੱਖ ਮੰਗੇ ਦੁੱਖ ਪਾਸ਼ੇ ਆਵੇ, ਉਹ ਤਾਂ ਪਿੱਛੇ ਹੀ ਦੁੱਖ ਨੇ ਆ ਜਾਣਾ। ਸੋ ਇੱਕ ਬੰਦਾ ਸੀਗਾ, ਰੋਜ਼ਾਨਾ ਹੀ ਪ੍ਰਮਾਤਮਾ ਰੱਬ ਨੂੰ ਕਹੀ ਜਾਣਾ, ਭਾਈ ਤੂੰ ਨੇ ਕਿੰਨਾ ਮੈਨੂੰ ਦੁੱਖ ਦਿੱਤਾ, ਮੇਰੇ ਵਰਗਾ ਕਿਸੇ ਔਰ ਨੂੰ ਦੁੱਖ ਹੀ ਨਹੀਂ। ਆਪਾਂ ਵੀ ਕਹਿੰਦੇ ਭਾਈ ਸਾਡਾ ਤਾਂ ਬੜਾ ਦੁੱਖ ਹੈ। ਤੇ ਇੰਜ ਹੀ ਭਾਈ ਰੋਜ਼ ਉਹਨੇ ਉਲਾਂਬੇ ਦੇਈ ਜਾਣੇ, ਰੱਬ ਨੂੰ ਕੋਸੀ ਜਾਣਾ। ਇੱਕ ਦਿਨ ਭਾਈ ਰੱਬ ਨੇ ਆਖਿਆ, ਹੁਣ ਮੈਂ ਵੀ ਕਿੰਨਾ ਚਿਰ ਭਾਈ ਦੀ ਗੱਲ ਸੁਣਾਂਗਾ, ਕੋਈ ਨਹੀਂ ਆਜ ਇਹਦਾ ਨਹੀਂ ਬੇਟਾ ਹੀ ਕਰ ਦਈਏ। ਪ੍ਰਗਟ ਹੋ ਗਏ ਜੀ, ਕਹਿਣ ਲੱਗੇ ਭਾਈ ਤੂੰ ਕਹਿੰਦਾ ਤੇਰੇ ਸੁੱਖ ਜ਼ਿਆਦੇ ਹਨ। ਕਹਿਣ ਲੱਗਾ ਜੀ ਸਭ ਤੋਂ ਜ਼ਿਆਦੇ ਸੁੱਖ ਤਾਂ ਮੇਰੇ ਕੋਲ ਹੈ ਹੀ ਨਹੀਂ, ਸਭ ਤੋਂ ਜ਼ਿਆਦਾ ਦੁੱਖ ਹੈ, ਬਹੁਤ ਹੀ ਮੈਨੂੰ ਦੁੱਖ ਹਨ। ਤੇ ਰੱਬ ਕਹਿਣ ਲੱਗੇ ਭਾਈ ਇੱਕ ਕੰਮ ਕਰੀ, ਕੱਲ ਮੰਦਰ ਅੰਦਰ ਆਪਣੇ ਸਾਰੇ ਦੁੱਖ ਜਿਹੜੇ ਹਨ ਇੱਕ ਕਾਗਜ਼ ਦੇ ਉੱਤੇ ਲਿਖ ਕੇ ਲੈ ਆਈ। ਤੇ ਉਹਨੇ ਆਖਿਆ ਠੀਕ ਹੈ। ਆਖਿਆ ਕੀ ਕਰਾਂਗੇ ਉੱਥੇ? ਮੈਂ ਜਦੋਂ ਲਿਖ ਕੇ ਆਵਾਂਗਾ। ਕਹਿਣ ਲੱਗੇ ਉੱਥੇ ਆ ਕੇ ਫਿਰ ਤੈਨੂੰ ਭਾਈ ਦੱਸਾਂਗੇ ਕੀ ਕਰਨਾ। ਤੇ ਇਹ ਗੱਲ ਪਰਮਾਤਮਾ ਨੇ ਫਿਰ ਸੁਪਨੇ ਵਿੱਚ ਆ ਕੇ ਸਾਰਾ ਜਿਹੜਾ ਇਲਾਕਾ ਮੁਹੱਲਾ ਸੀਗਾ, ਸਾਰੀ ਜਿਹੜੇ ਬੰਦੇ ਸੀਗੇ ਜਿਹੜੇ ਉਹ ਵੀ ਕੋਸੀ ਜਾਂਦੇ, ਹਰ ਇੱਕ ਦੇ ਘਰ ਅੰਦਰ ਕੋਈ ਨਾ ਕੋਈ ਹੁੰਦਾ ਹੀ, ਸਾਰੇ ਹੀ ਹੁੰਦੇ ਤਕਰੀਬਨ। ਤੇ ਸਾਰਿਆਂ ਨੂੰ ਪਰਮਾਤਮਾ ਨੇ ਕਹਿ ਦਿੱਤਾ ਭਾਈ ਸਵੇਰੇ ਮੰਦਿਰ ਅੰਦਰ ਤੁਸਾਣੇ ਸਾਰੇ ਜਿਹੜੇ ਆਪਣੇ ਦੁਖੜੇ ਹਨ ਉਹ ਇੱਕ ਕਾਗਜ਼ ਤੇ ਲਿਖ ਕੇ ਲਿਆਉਣੇ ਹਨ। ਸਾਰਿਆਂ ਨੇ ਸਾਧ ਸੰਗਤ ਜੀ ਬੜੀ ਬਹੁਤ ਹੀ ਲੰਬੇਰੀ ਉਹਨਾਂ ਨੇ ਕਾਗਜ਼ ਦੇ ਉੱਤੇ ਉਹ ਦੁੱਖਾਂ ਦੀ ਸਾਰੀ ਇੱਕ ਲਿਸਟ ਇੱਕ ਤਿਆਰ ਕਰਕੇ ਸਾਰੇ ਲੋਕੀ ਸਵੇਰੇ ਮੰਦਿਰ ਅੰਦਰ ਇਕੱਠੇ ਹੋ ਗਏ। ਤੇ ਰੱਬ ਪ੍ਰਗਟ ਹੋ ਕੇ ਕਹਿਣ ਲੱਗਾ ਕਿ ਹੁਣ ਸਾਰੀਆਂ ਜਿਹੜੀਆਂ ਬੱਤੀਆਂ ਹਨ ਉਹ ਭਾਈ ਬੰਦ ਕਰ ਦੋ। ਸਾਰੀਆਂ ਹੀ ਬੱਤੀਆਂ ਲਾ ਦਿੱਤੀਆਂ ਗਈਆਂ। ਆਖਿਆ ਕਿ ਭਾਈ ਸਾਰੇ ਆਪਣੇ ਆਪਣੇ ਜਿਹੜੇ ਦੁੱਖ ਸੀਗੇ, ਜਿਹੜੇ ਪਰਚੇ ਤੁਸੀਂ ਲੈ ਕੇ ਆਏ ਹੋ, ਦੁਖੜਿਆਂ ਦੇ ਬਣਾ ਕੇ ਆਏ ਹੋ, ਉਹ ਸਾਰੇ ਥੱਲੇ ਛੱਡ ਦੋ। ਤੇ ਸਾਰਿਆਂ ਨੇ ਥੱਲੇ ਸੁੱਟ ਦਿੱਤੇ। ਆਖਿਆ ਭਾਈ ਹੁਣ ਸਾਰੇ ਇੱਕ ਫੇਰਾ ਪਾ ਕਰਕੇ ਜਿਹਨੂੰ ਜੋ ਪਰਚੀ ਮਿਲੇਗੀ ਫਿਰ ਉਹਨੂੰ ਉਹਨਾਂ ਦੁੱਖ ਮਿਲ ਜਾਣਾ। ਤੇ ਜਦੋਂ ਇਹ ਗੱਲ ਪ੍ਰਮਾਤਮਾ ਨੇ ਭਾਵ ਰੱਬ ਨੇ ਉੱਥੇ ਕਹਿ ਦਿੱਤੀ ਤੇ ਸਾਰੇ ਲੋਕ ਜਿਹੜੀ ਹਨ ਉਹ ਵਿਚਾਰ ਵਿੱਚ ਪੈ ਗਏ, ਸਾਰੀ ਸੋਚਾਂ ਵਿੱਚ ਪੈ ਗਏ। ਹੁਣ ਗੱਲ ਸਾਧ ਸੰਗਤ ਜੀ ਬੜੀ ਧਿਆਨ ਵਾਲੀ ਹੈ, ਕਿਵੇਂ ਨਹੀਂ ਸੋਚਾਂ ਅੰਦਰ ਪੈਣਗੇ। ਉਹ ਜਿਹੜਾ ਬੰਦਾ ਕਹਿਣ ਵਾਲਾ ਸੀਗਾ, ਜਿਹੜਾ ਸਭ ਤੋਂ ਪਹਿਲਾਂ ਜਿਹੜਾ ਕਹਿੰਦਾ ਸੀ ਪ੍ਰਮਾਤਮਾ ਨੂੰ ਬੜੇ ਦੁੱਖ ਦਿੱਤੇ, ਉਹ ਸੋਚਦਾ ਸੀਗਾ ਮੇਰੇ ਜਿਹੜਾ ਗੁਆਂਢੀ ਹੈ ਭਾਈ ਇਹਨੂੰ ਕਿੰਨਾ ਸੁੱਖ ਹੈ, ਇਹਦੇ ਕੋਲ ਭਾਈ ਗੱਡੀ ਹੈ, ਸੋਹਣਾ ਮਕਾਨ ਹੈ,
ਪਰ ਉਹ ਆਪ ਇੱਕ ਤਗੜੀ ਮੇਰੇ ਤੋਂ ਵੀ ਭਾਈ ਇੱਥੇ ਕਾਗਜ਼ ਦੇ ਉੱਤੇ ਇੱਕ ਲਿਸਟ ਤਿਆਰ ਕਰਕੇ ਲਿਆਇਆ ਹੈ, ਤੇ ਮੈਂ ਕਿਵੇਂ ਉਹਦੀ ਲੈ ਲਵਾਂ। ਫਿਰ ਉਹ ਵੀ ਇਹੀ ਸੋਚਦਾ ਭਾਈ ਮੇਰਾ ਗਵਾਂਢੀ ਕਿੰਨਾ ਸੁਖੀ ਸੀਗਾ, ਭਾਵੇਂ ਬਹੁਤੀ ਪੈਸੇ ਨਹੀਂ ਸਨ ਪਰ ਸੁੱਖ ਦਾ ਵਿੱਚ ਸੀਗਾ, ਪਰ ਇਹ ਵੀ ਭਾਈ ਇੱਥੇ ਇੰਨਾ ਲਿਖ ਕੇ ਲਿਆਇਆ। ਸਾਰੇ ਗੱਲ ਵਿਚਾਰ ਵਿੱਚ ਪੈ ਗਏ ਤੇ ਕਿਸੇ ਨੇ ਸਾਧ ਸੰਗਤ ਜੀ ਪਰਚਾ ਚੁੱਕਿਆ ਹੀ ਨਹੀਂ। ਫਿਰ ਪਰਮਾਤਮਾ ਆ ਕੇ ਕਹਿਣ ਲੱਗੇ, ਭਾਈ ਪੁਰਖੋ ਇਹ ਸੰਸਾਰ ਅੰਦਰ ਸਾਰੇ ਹੀ ਦੁਖੀ ਹਨ, ਨਾਨਕ ਦੁਖੀਆ ਸਭ ਸੰਸਾਰ। ਕਿਸੇ ਨੂੰ ਭਾਈ ਸੁਖ ਨਹੀਂ ਪ੍ਰਾਪਤ ਹੋਣਾ ਸੰਸਾਰ ਅੰਦਰ। ਸੰਸਾਰ ਅੰਦਰ ਸੁਖ ਕਦੋਂ ਪ੍ਰਾਪਤ ਹੋਣਾ ਹੈ? ਜਦੋਂ ਭਾਈ ਤੁਸੀਂ ਕਰੋਗੇ ਪਰਮਾਤਮਾ ਦੀ ਭਗਤੀ, ਜਦੋਂ ਜਪੋਗੇ ਉਸ ਦਾ ਨਾਮ, ਜਦੋਂ ਜੁੜੋਗੇ ਉਸ ਨਾਲ, ਤੇ ਜਦੋਂ ਤੁਹਾਡਾ ਮਨ ਸੰਤੋਖੀ ਬਣ ਜਾਣਾ, ਸੁਖ ਆਪੇ ਹੀ ਆ ਜਾਣਾ। ਸਮ ਸੰਤੋਖ ਨਾ ਔਰ ਸੁਖ, ਤੁਸੀਂ ਆਪੇ ਹੀ ਭਾਈ ਸੁਖੀ ਉਸ ਸਮੇਂ ਬਣ ਜਾਣਾ ਹੈ। ਭਾਵੇਂ ਤੁਹਾਡੇ ਕੋਲ ਕੁਛ ਨਾ ਹੋਵੇ, ਤੁਸੀਂ ਸੁਖੀ ਵਿੱਚ ਰਹਿਣਾ। ਇਹੋ ਜਿਹਾ ਸਾਧ ਸੰਗਤ ਜੀ ਭਗਤ ਜਨਾਂ ਦਾ ਜੀਵਨ ਆਪਾਂ ਵਿਚਾਰੀਏ, ਕਿੰਨੇ ਕਸ਼ਟ ਸਹੇ, ਕਿੰਨਾ ਸਾਧ ਸੰਗਤ ਜੀ ਘਰ ਪਰਿਵਾਰ ਨੂੰ ਕਿਰਤ ਬਿਰਤ ਕਰਦੇ ਹੋਏ ਪਰਮਾਤਮਾ ਦਾ ਨਾਮ ਜਪਿਆ, ਪਰ ਕਦੇ ਨਹੀਂ ਆਖਿਆ ਪਰਮਾਤਮਾ ਸਾਨੂੰ ਕਿੰਨਾ ਤੂਨੇ ਦੁੱਖ ਦਿੱਤਾ। ਇਸ ਤੋਂ ਸਾਧ ਸੰਗਤ ਜੀ ਬਾਣੀ ਤੋਂ ਆਪਾਂ ਕੀ ਸਹਿਤ ਲੈਂਦੇ, ਇਹ ਗੱਲ ਵੱਡੀ ਹੈ। ਹੁਣ ਗੁਰੂ ਪਾਤਸ਼ਾਹ ਜੀ ਦੇ ਵਿਚਾਰ ਚੱਲ ਰਹੇ ਹਨ। ਹੁਣ ਗੱਲ ਇੱਥੇ ਆਵੇਗੀ ਆਪਾਂ ਨੇ ਵਿਚਾਰ ਕਿਹੋ ਜਿਹੇ ਕਮਾਏ। ਠੀਕ ਹੈ, ਆਪਾਂ ਬਹਿ ਕੇ ਇੱਥੇ ਗੁਰੂ ਜੀ ਦੇ ਵਿਚਾਰ ਸਰਵਣ ਕੀਤੇ। ਸਭ ਤੋਂ ਪਹਿਲੀ ਗੱਲ ਹੁੰਦੀ ਕਿ ਭਾਈ ਵਿਚਾਰ ਸਰਵਣ ਕਰਨੇ, ਦੂਜੀ ਗੱਲ ਹੁੰਦੀ ਫਿਰ ਮੰਨਣ ਕਰਨਾ। ਤੇ ਇਹ ਉਦੋਂ ਜਾ ਕੇ ਪਤਾ ਲੱਗੇਗਾ ਜਦੋਂ ਆਪਾਂ ਇਕੱਲੇ ਅੰਦਰ ਬਹਿ ਕੇ ਹਿਰਦੇ ਅੰਦਰ ਸਾਡੇ ਝਾਤੀ ਪਾ ਕੇ ਵੇਖਾਂਗੇ ਕਿ ਭਾਈ ਆਪਾਂ ਨੇ ਕੀ ਮੰਨਿਆ। ਜਿਵੇਂ ਸਾਧ ਸੰਗਤ ਜੀ ਡੰਗਰ ਹੁੰਦੇ, ਪਸ਼ੂ ਹੁੰਦੇ ਤੇ ਗਾਵਾਂ ਮੱਝਾਂ ਹੁੰਦੀਆਂ, ਲੋਕੀ ਜਦੋਂ ਉਹਨਾਂ ਨੂੰ ਪੱਠੇ ਪਾਉਂਦੇ, ਉਹਨਾਂ ਨੇ ਕੀ ਕਰਨਾ, ਸਾਰਿਆਂ ਇਕੱਠਾ ਛਕ ਲੈਣਾ। ਤੇ ਜਦੋਂ ਸਾਰਾ ਇਕੱਠਾ ਕਰਕੇ ਉਹ ਛਕ ਲੈਂਦੇ ਤੇ ਫਿਰ ਕੁਝ ਸਮੇਂ ਬਾਅਦ ਜਾ ਕੇ ਜਦੋਂ ਥੱਲੇ ਬਹਿ ਜਾਂਦੇ, ਕੁਝ ਚਿਰਾਂ ਬਾਅਦ 3-4 ਘੰਟਿਆਂ ਦੇ ਬਾਅਦ ਉਹ ਫਿਰ ਤੋਂ ਸਾਧ ਸੰਗਤ ਜੀ ਆਪਣੇ ਢਿੱਡ ਵਿੱਚੋਂ ਉਹ ਜਿਹੜਾ ਘਾਹ ਪੂ ਉਹਨਾਂ ਨੇ ਛਕਿਆ ਹੋਇਆ ਹੁੰਦਾ, ਉਹ ਜਿਹੜਾ ਤ੍ਰਿਣ ਉਹਨਾਂ ਨੇ ਛਕਿਆ ਹੋਇਆ ਹੁੰਦਾ, ਉਹ ਕੱਢ ਕੇ ਭਾਈ ਫਿਰ ਤੋਂ ਛਕਣਾ ਸ਼ੁਰੂ ਕਰ ਦਿੰਦੇ। ਅੰਦਰ ਮੂੰਹ ਦੇ ਵਿੱਚ ਚਬਾਈ ਜਾਂਦੇ, ਉਹਨਾਂ ਨੂੰ ਦੰਦਾਂ ਦੇ ਹਿੱਟਾ ਚੱਬੀ ਜਾਂਦੇ ਤੇ ਫਿਰ ਦੂਜੇ ਉਧਰ ਅੰਦਰ ਪਾ ਦਿੰਦੇ। ਫਿਰ ਤੀਜੀ ਵਾਰੀ ਹੋਰ ਕੱਢਦੇ। ਇੰਜ ਆਖਿਆ ਜਾਂਦਾ ਕਿ ਭਾਈ ਜਿਹੜੇ ਗਾਵਾਂ ਤੇ ਮੱਝਾਂ ਹੁੰਦੀਆਂ ਉਹਨਾਂ ਦੇ 3 ਢਿੱਡ ਹੁੰਦੇ। ਤੇ ਇੰਜ ਹੀ ਸਾਧ ਸੰਗਤ ਜੀ ਸਾਡਾ ਮਨ ਹੈ। ਜਦੋਂ ਆਪਾਂ ਨੇ ਗੁਰੂ ਪਾਤਸ਼ਾਹ ਜੀ ਦੇ ਵਿਚਾਰਾਂ ਨੂੰ, ਕੀਰਤਨ ਨੂੰ ਸਰਵਣ ਕੀਤਾ ਤੇ ਆਪਾਂ ਨੇ ਸਰਵਣ ਕਰਕੇ ਕੀ ਕਰਨਾ, ਸਰਵਣ ਕਰਕੇ ਸਾਧ ਸੰਗਤ ਜੀ ਇਕੱਠਿਆ ਹੀ ਹਿਰਦੇ ਅੰਦਰ ਵਸਾਉਣਾ ਤੇ ਫਿਰ ਭਾਈ ਕੱਲਿਆਂ ਵਿੱਚ ਜਾ ਕਰਕੇ ਉਹਨੂੰ ਫਿਰ ਹਿਰਦੇ ਅੰਦਰ ਪਾਰ ਕੱਢਣਾ ਕਿ ਕੀ ਭਾਈ ਪੁਰਖਾ ਆਪਾਂ ਨੇ ਇਹ ਕੰਮ ਜਿਹੜੇ ਗੁਰੂ ਜੀ ਨੇ ਦੱਸੇ ਇਹ ਕੀਤੇ ਜਾਂ ਨਹੀਂ ਕੀਤੇ। ਇੰਜ ਸਾਧ ਸੰਗਤ ਜੀ ਜਾ ਕੇ ਫਿਰ ਵਿਚਾਰਨਾ ਹੈ। ਫਿਰ ਜਦੋਂ ਮੰਨਾਂਗੇ ਆਪਾਂ ਤਾਂ ਉਸ ਬਾਣੀ ਨੇ, ਉਸ ਬਚਨਾਂ ਨੇ ਸਾਡੇ ਜੀਵਨ ਅੰਦਰ ਉਤਰਨਾ। ਉਸ ਬਾਣੀ ਦੇ ਕਰਕੇ ਫਿਰ ਆਪਾਂ ਨੇ ਜੀਵਨ ਦੀ ਜਿਹੜੀ ਢੰਗ ਹੈ, ਜਿਹੜਾ ਤਰੀਕਾ ਹੈ, ਜਿਹੜੀ ਜਾਂਚ ਹੈ, ਉਹ ਆਪਾਂ ਨੇ ਸਿੱਖਣੀ ਕਿਧਰੋਂ, ਉਹਨਾਂ ਬਾਣੀ ਦੇ ਬਚਨਾਂ ਤੋਂ ਸਿੱਖਣੀ। ਪਰ ਕਿਵੇਂ ਭਾਈ ਆਪਾਂ ਸਿੱਖਾਂਗੇ? ਜਦੋਂ ਆਪਾਂ ਬਚਨਾਂ ਨੂੰ ਪਹਿਲੇ ਸਰਵਣ ਕਰਾਂਗੇ ਤੇ ਸਰਵਣ ਕਰਨ ਦੇ ਬਾਅਦ ਭਾਈ ਮੰਨਣ ਕਰਾਂਗੇ, ਤਾਂ ਹੀ ਭਾਈ ਜਾ ਕੇ ਜੀਵਨ ਅੰਦਰ ਉਹਨਾਂ ਨੂੰ ਉਤਾਰ ਸਕਾਂਗੇ। ਸੋ ਇਹ ਜਿਹੜੇ ਭਾਈ ਬਚਨ ਹਨ ਗੁਰੂ ਪਾਤਸ਼ਾਹ ਜੀ ਦੇ ਕਿ ਭਾਈ ਸੁੱਖ ਜਿਹੜਾ ਹੈ ਉਹ ਭਾਈ ਬਿਗਰ ਭਗਤੀ ਤੋਂ ਹੈ ਨਹੀਂ। ਇਹ ਭਾਈ ਹੁਣ ਗੱਲ ਸਾਡੇ ਉੱਤੇ ਕਿ ਕਿੰਨੇ ਭਾਈ ਇਸ ਨੂੰ ਕਮਾ ਕੇ ਵੇਖਦੇ ਹਨ। ਆਨ ਰੰਗ ਫਿੱਕੇ ਸਭ ਮਾਇਆ, ਤੇ ਭਾਈ ਜਿੰਨੇ ਮਾਇਆ ਦੇ ਰੰਗ ਹਨ ਸਾਰੇ ਫਿੱਕੇ ਹਨ। ਸੱਚਾ ਰੰਗ ਜਿਹੜਾ ਹੈ ਉਹ ਭਾਈ ਮਜੀਠਾ ਰੰਗ ਹੈ, ਗਾੜਾ ਰੰਗ ਹੈ। ਤੇ ਸੰਸਾਰ ਦੇ ਜਿਹੜੇ ਰੰਗ ਹਨ ਭਾਈ ਉਹ ਸਾਰੇ ਫਿੱਕੇ ਹਨ। ਕੱਚਾ ਰੰਗ ਕੁਸੁੰਭ ਕਾ, ਤੈਸਾ ਹੈ ਉਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਸੱਚਾ ਰੰਗ ਜਿਹੜਾ ਹੈ ਭਾਈ ਬੜਾ ਹੀ ਗਾੜਾ ਹੈ। ਮਜੀਠਾ ਰੰਗ ਜਿਹੜਾ ਕਿੰਨਾ ਮਰਜੀ ਤੁਸੀਂ ਵਸਤਰਾਂ ਦੇ ਉੱਤੇ ਜਦੋਂ ਮਜੀਠਾ ਰੰਗ ਲਾਇਆ ਜਾਂਦਾ, ਜਿੰਨਾ ਮਰਜੀ ਭਾਈ ਤੁਸੀਂ ਉਹਨਾਂ ਲੀੜਿਆਂ ਨੂੰ ਧੋ ਲੋ, ਉਸ ਰੰਗ ਨੇ ਉਤਰਨਾ ਨਹੀਂ। ਕੱਚੇ ਰੰਗ ਨੇ ਭਾਈ ਉਦੋਂ ਹੀ ਲੈ ਜਾਣਾ ਹੈ। ਇਵੇਂ ਨਾਮ ਦਾ ਸੱਚਾ ਰੰਗ ਭਾਈ ਜਿਸ ਨੂੰ ਚੜਿਆ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਉਹ ਵਿਰਲੇ ਹੀ ਹਨ। ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਉਹਨਾਂ ਨੂੰ ਨਾਮ ਦਾ ਰੰਗ ਚੜਦਾ ਹੈ। ਫਿਰ ਤੋਂ ਇੱਕ ਵਾਰੀ ਪੜੋ ਜੀ। ਆਨ ਰੰਗ ਫਿੱਕੇ ਸਭ ਮਾਇਆ, ਤੇ ਮਾਇਆ ਦੇ ਜਿੰਨੇ ਭਾਈ ਰੰਗ ਹਨ
ਉਹ ਫਿੱਕੇ ਹਨ। ਹੁਣ ਸਾਧ ਸੰਗਤ ਜੀ, ਮਾਇਆ ਦਾ ਭਾਵ ਹੈ ਜਿੰਨੇ ਪਦਾਰਥਾਂ ਦੇ ਰੰਗ ਹਨ, ਜਿੰਨੇ ਪਈ ਸੰਸਾਰ ਅੰਦਰ ਪਦਾਰਥ ਹਨ, ਇਹ ਸਾਰੇ ਮਾਇਆ ਤੋਂ ਬਣੇ ਹੋਏ। ਯਾ ਤਲਕ ਗੁਰੂ ਜੀ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਵੀ ਮਾਇਆ ਦਾ ਬਣਿਆ ਹੋਇਆ। ਇਨ ਮਾਇਆ ਜਗਦੀਸ਼ गोसाई तुमरे चरण बिसारे किंचित प्रीत ना उपजे जन को जन कहां करे ਵਿਚਾਰੇ। ਮਾਇਆ ਕਿਹੋ ਜੀ ਹੈ? ਇਹ ਮਾਇਆ ਭਾਈ ਸਾਰਿਆਂ ਨੂੰ ਆਪਣੇ ਵਸ ਵਿੱਚ ਕਰਨ ਵਾਲੀ ਹੈ। ਕਿਸੇ ਨੇ ਭਾਈ ਇਸ ਨੂੰ ਛੱਡਿਆ ਹੀ ਨਹੀਂ, ਇਹਨੇ ਕਿਸੇ ਨੂੰ ਛੱਡਿਆ ਨਹੀਂ। ਇਹੋ ਜੀ ਇਹ ਮਾਇਆ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਸੋ ਖੈਰ ਭਾਈ ਮਾਇਆ ਦਾ ਵਿਸ਼ਲੇਸ਼ਣ ਬਹੁਤ ਵੱਡਾ। ਇਹ ਮਾਇਆ ਕਿਵੇਂ ਸੰਸਾਰ ਅੰਦਰ ਵਿਆਪਦੀ ਹੈ, ਗੁਰੂ ਪਾਤਸ਼ਾਹ ਜੀ ਨੇ ਕਈ ਭਾਈ ਸਾਨੂੰ ਸਿੱਖਿਆਵਾਂ ਬਾਣੀ ਅੰਦਰ ਕਈ ਪ੍ਰਕਰਣ ਦਿੱਤੇ ਹਨ ਇਸ ਬਾਬਤ ਵੀ। ਸੋ ਇੱਥੇ ਗੁਰੂ ਜੀ ਕਹਿੰਦੇ ਭਾਈ ਇਹ ਮਾਇਆ ਦੇ ਜਿੰਨੇ ਰੰਗ ਹਨ, ਹੁਣ ਮਾਇਆ ਵਰਤਦੀ ਕਦੇ ਪਰਿਵਾਰ ਦੇ ਵਿੱਚ। ਪਰਿਵਾਰ ਦਾ ਜਿਹੜਾ ਮੋਹ ਇਹ ਮਾਇਆ ਦਾ ਸਰੂਪ ਹੈ। ਧਨ ਦਾ ਜਿਹੜਾ ਮੋਹ ਲਾਲਚ ਹੈ ਭਾਈ ਇਹ ਵੀ ਮਾਇਆ ਦਾ ਸਰੂਪ ਹੈ। ਇਸੇ ਪ੍ਰਕਾਰ ਪਦਾਰਥਾਂ ਦਾ ਜਿਹੜਾ ਲਾਲਚ ਹੈ ਇਹ ਵੀ ਮਾਇਆ ਦਾ ਸਰੂਪ ਹੈ। ਇਹ ਭਾਈ ਜਿੰਨੇ ਮਾਇਆ ਦੇ ਸਾਰੇ ਸਰੂਪ ਹਨ ਇਹ ਆਕਰ ਕੇ ਹਿਰਦੇ ਅੰਦਰ ਵਰਤ ਜਾਂਦੀ ਹੈ। ਤੇ ਜਦੋਂ ਹਿਰਦੇ ਅੰਦਰ ਵਰਤ ਗਈ ਫਿਰ ਕੀ ਕਰਦੀ? ਬੰਦੇ ਨੂੰ ਆਪਣਾ ਅਸਲ ਸਰੂਪ ਹੀ ਬੁਲਾ ਦਿੰਦੀ। ਜਿਵੇਂ ਇੱਕ ਸ਼ੇਰ ਸੀਗਾ ਤੇ ਕੀ ਹੋਇਆ, ਛੋਟੇ ਉਮਰ ਦੇ ਵਿੱਚ ਹੀ ਉਹ ਆਪਣੇ ਜਿਹੜਾ ਉਸ ਦਾ ਜੱਥਾ ਸੀਗਾ, ਭਾਵ ਜਿੱਥੇ ਸ਼ੇਰਾਂ ਦਾ ਸਮੂਹ ਸੀਗਾ, ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਉਹ ਵਿਚਰ ਗਿਆ। ਛੋਟੀ ਉਮਰ ਵਿੱਚ ਵਿਚਰਨ ਕਰਕੇ ਇੱਕ ਅਯਾਲੀ ਦੇ ਕੋਲ ਆ ਗਿਆ। ਉਸ ਅਯਾਲੀ ਨੇ ਆਪਣੇ ਕੋਲ ਰੱਖ ਦਿੱਤਾ ਤੇ ਆਪਣੇ ਕੋਲ ਰੱਖ ਕੇ ਉਹਦੀ ਦੇਖਭਾਲ ਕਰਦਾ ਹੈ। ਤੇ ਹੁਣ ਹੈ ਤਾਂ ਅਯਾਲੀ, ਤੇ ਅਯਾਲੀ ਦੇ ਕੋਲ ਕਿਹੜੇ ਹੁਣ ਸਾਧ ਸੰਗਤ ਜੀ ਜਾਨਵਰ ਹੁੰਦੇ? ਉਹਦੇ ਕੋਲ ਤਾਂ ਹੋਣੀਆਂ ਇਹ ਜਿਹੜੇ ਦੁੰਬੇ ਹੁੰਦੇ ਜਾਂ ਪੇੜ ਬੱਕਰੀਆਂ ਇਤੀਆਂ ਆਦਿ ਉਹਦੇ ਕੋਲ ਜਾਨਵਰ ਸੀਗੇ। ਤੇ ਸ਼ੇਰ ਉਹਦੇ ਅੰਦਰ ਹੀ ਮਿਲ ਗਿਆ ਤੇ ਕਾਫੀ ਚਿਰ ਦਾ ਸਮਾਂ ਬਤੀਤ ਹੋ ਗਿਆ। ਉੱਥੇ ਹੀ ਪਾਈ ਰਹਿ ਕੇ ਉਹ ਵੱਡਾ ਵੀ ਹੋ ਗਿਆ। ਤੇ ਜਿਵੇਂ ਪੇੜ ਬੱਕਰੀਆਂ ਦੀ ਚਾਲ ਸੀ ਇਵੇਂ ਹੀ ਉਹ ਸ਼ੇਰ ਕੰਮ ਕਰਦਾ ਸੀ। ਉਹਨਾਂ ਦੇ ਨਾਲ ਰਹਿ ਕੇ ਉਹੋ ਜਿਹਾ ਹੀ ਬਣ ਗਿਆ। ਤੇ ਇੱਕ ਦਿਨ ਦੀ ਗੱਲ ਹੈ ਤੇ ਸਾਧ ਸੰਗਤ ਜੀ ਉਹਨੇ ਦੂਰੋਂ ਹੀ ਇੱਕ ਸ਼ੇਰ ਨੂੰ ਵੇਖ ਲਿਆ। ਤੇ ਜਦੋਂ ਸ਼ੇਰ ਨੂੰ ਵੇਖਿਆ ਤੇ ਉਸ ਦੇ ਥੋੜਾ ਜਿਹਾ ਨੇੜੇ ਗਿਆ। ਉਹ ਸ਼ੇਰ ਨੇ ਜਾਣ ਲਿਆ ਭਾਈ ਸਾਡਾ ਹੀ ਬੰਦਾ ਹੈ, ਕੋਈ ਨਹੀਂ ਕਹਿੰਦਾ ਇੱਥੇ ਆ ਜਾ। ਉਹਦੇ ਨੇੜੇ ਗਿਆ। ਨੇੜੇ ਜਾ ਕਰਕੇ ਉਹਨੂੰ ਵੇਖਣ ਲੱਗਾ। ਨਾਲ ਹੀ ਉੱਥੇ ਇੱਕ ਤਲਾਬ ਸੀਗਾ। ਉਹਨੇ ਆਖਿਆ ਆ ਭਾਈ ਤੈਨੂੰ ਆਪਾਂ ਤੇਰਾ ਮੁਖ ਵਿਖਾਉਂਦੇ ਹਾਂ, ਤੂੰ ਕੌਣ ਹੈ? ਜਦੋਂ ਗਿਆ ਤਲਾਬ ਅੰਦਰ ਮੁਖ ਦੇਖਿਆ ਕਿ ਮੇਰਾ ਮੁਖ ਤਾਂ ਇੰਨਾ ਵਰਗਾ ਹੈ। ਤੇ ਫਿਰ ਸਾਧ ਸੰਗਤ ਜੀ ਵਿਚਾਰ ਅੰਦਰ ਪੈ ਗਿਆ ਕਿ ਭਾਈ ਮੇਰਾ ਸਰੂਪ ਕੀ ਸੀਗਾ ਤੇ ਮੈਂ ਕਿੱਥੋਂ ਪੈ ਗਿਆ, ਕਿੱਥੇ ਆ ਕੇ ਮੈਂ ਭਾਈ ਰਹਿਣ ਲੱਗਾ, ਕੀ ਕੁਛ ਮੈਨੇ ਕਰ ਲਿਆ। ਮੈਂ ਤਾਂ ਸੀਗਾ ਅਸਲ ਵਿੱਚ ਸ਼ੇਰ, ਪਰ ਭਾਈ ਪੇੜਾ ਬੱਕਰੀਆਂ ਦੇ ਨਾਲ ਰਹਿ ਕੇ ਇਹਨਾਂ ਜਾ ਮੈਂ ਬਣ ਗਿਆ। ਤੇ ਜਦੋਂ ਇਹ ਸ਼ੇਰ ਨੇ ਆ ਕਰਕੇ ਉਹਨੂੰ ਗੱਲ ਸਮਝਾਈ ਤਾਂ ਸਾਧ ਸੰਗਤ ਜੀ ਆਪਣੇ ਅਸਲ ਸਰੂਪ ਨੂੰ ਉਸਨੇ ਜਾਣ ਲਿਆ। ਇਵੇਂ ਹੀ ਇਹ ਮਾਇਆ ਹੈ। ਇਹ ਮਾਇਆ ਕਰਕੇ ਅਸਾਂ ਸਾਡੇ ਅਸਲ ਸਰੂਪ ਨੂੰ ਨਹੀਂ ਜਾਣਿਆ। ਇਹ ਜਿੰਨਾ ਵੀ ਸਾਡਾ ਜੋ ਕੁਝ ਸਾਨੂੰ ਨਜ਼ਰ ਆਉਂਦਾ, ਇਹ ਸਾਡਾ ਦੇਹ ਜਿਹੜਾ ਹੈ, ਸਰੀਰ ਹੈ, ਇਹ ਸਾਰੀ ਸੁਖ ਮਾਇਆ ਦੇ ਬਣੇ ਹੋਏ ਹਨ। ਪਰ ਜਦੋਂ ਭਾਈ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਤੇ ਗੁਰੂ ਪਾਤਸ਼ਾਹ ਜੀ ਇਸ ਮਾਇਆ ਨੂੰ ਵੀ ਨਿਰਵਿਰਤ ਕਰ ਦਿੰਦੇ ਹਨ ਤੇ ਜਿਹਨੂੰ ਮਾਇਆ ਵਿੱਚੋਂ ਕੱਢ ਕਰਕੇ, ਵਿਸ਼ਿਆਂ ਦੇ ਸੁੱਖ ਦੇ ਵਿੱਚੋਂ ਕੱਢ ਕਰਕੇ ਪਰਮਾਤਮਾ ਦੇ ਸੁੱਖ ਨਾਲ ਜੋੜ ਦਿੰਦੇ ਹਨ। ਮਾਇਆ ਦੇ ਸੁੱਖ ਦੇ ਵਿੱਚੋਂ ਕੱਢ ਕੇ ਪੂਰਾ ਜਿਹੜਾ ਪਰਮਾਤਮਾ ਦਾ ਪੱਕਾ ਨਾਮ ਦਾ ਰੰਗ ਹੈ ਉਹਦੇ ਨਾਲ ਪਾਈ ਲਾ ਦਿੰਦੇ ਹਨ। ਗੁਰ ਰੰਗੇ ਸੇ ਭਰੇ ਨਿਹਾਲ। ਤੇ ਫਿਰ ਕੀ ਹੋਇਆ? ਉਹ ਨਿਹਾਲੋ ਨਿਹਾਲ ਹੋ ਗਏ। ਜਿਹੜੇ ਗੁਰੂ ਦੇ ਰੰਗ ਅੰਦਰ ਰੰਗ ਗਏ। ਜਿਵੇਂ ਸਾਧ ਸੰਗਤ ਜੀ ਸ਼ੇਰ ਨੇ ਆ ਕਰਕੇ ਅਸਲ ਸਰੂਪ ਵਿਖਾ ਦਿੱਤਾ, ਇਵੇਂ ਹੀ ਪੂਰੇ ਸਤਿਗੁਰੂ ਪਾਤਸ਼ਾਹ ਜੀ ਹੁੰਦੇ ਹਨ। ਜਦੋਂ ਪੂਰੇ ਸਤਿਗੁਰਾਂ ਦੇ ਚਰਣੀ ਆਈਏ, ਤਨ ਮਨ ਧਨ ਸਭ ਸੌਭ ਗੁਰ ਕੋ ਹੁਕਮ ਮੰਨੀਏ ਪਾਈਏ। ਜਦੋਂ ਸਭ ਕੁਝ ਗੁਰੂ ਆਗੇ ਆਪਾਂ ਅਰਪਿਤ ਕਰ ਦਈਏ ਤੇ ਉਹਨਾਂ ਦੇ ਹੁਕਮਾਂ ਦੇ ਉੱਤੇ ਆਪਾਂ ਪਹਿਰਾ ਦੇਣ ਲੱਗ ਜਾਈਏ ਤਾਂ ਪੂਰੇ ਗੁਰੂ ਪਾਤਸ਼ਾਹ ਜੀ ਮਾਇਆ ਨੂੰ ਨਿਰਵਿਰਤ ਕਰ ਦਿੰਦੇ। ਤੇ ਜਦੋਂ ਮਾਇਆ ਨੂੰ ਨਿਰਵਿਰਤ ਕਰ ਦਿੱਤਾ ਪੂਰੇ ਨਾਮ ਦਾ ਰੰਗ ਦੇ ਕੇ ਫਿਰ ਸਾਧ ਸੰਗਤ ਜੀ ਨਿਹਾਲ ਨਿਹਾਲ ਕਰ ਦਿੰਦੇ ਹਨ। ਨਾਨਕ ਗੁਰ ਭਏ ਹੈ ਦਇਆਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਦੇ ਉੱਤੇ ਭਾਈ ਦਿਆਲੂ ਹੋਏ ਹਨ, ਜਿਸ ਦੇ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ, ਉਸ ਨੂੰ ਹੀ ਭਾਈ ਇਹ ਨਾਮ ਦਾ ਰੰਗ ਚੜ੍ਹਦਾ ਹੈ।
ਉਹੀ ਨਿਹਾਲ ਹੋ ਸਕਦਾ ਹੈ। ਇਸ ਲਈ ਭਾਈ ਫਿਰ ਤੋਂ ਉਹੀ ਗੱਲ ਹੈ ਕਿ ਕਿਰਪਾ ਗੁਰੂ ਜੀ ਦੀ ਵੱਡੀ ਹੈ। ਚਲੋ ਇਹ ਗੱਲ ਤਾਂ ਠੀਕ ਕਿਸੇ ਹੈ ਥੋੜੀ, ਕਿਸੇ ਹੈ ਘਣੇਰੀ, ਕਿਨੂੰ ਥੋੜੀ ਕਿਰਪਾ ਹੈ, ਕਿਸੇ ਨੂੰ ਬਹੁਤੀ ਹੈ, ਪਰ ਭਾਈ ਨਾਮ ਦੀ ਕਿਰਪਾ ਤੋਂ ਵੱਡੀ ਕੋਈ ਕਿਰਪਾ ਨਹੀਂ। ਜਿਸ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ ਉਹੀ ਅਸਲ ਕਿਰਪਾ ਪਾਤਰ ਹੈ। ਪਰ ਗੱਲ ਹੈ ਕਿ ਹੁਣ ਕਿਰਪਾ ਪਾਤਰ ਬਣੀਏ ਕਿੱਦਾਂ? ਹੁਣ ਸਾਡੇ ਵਰਗੇ ਸਾਰੇ ਸੰਸਾਰ ਦੇ ਭਾਈ ਜੀਵ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਕਿਰਪਾ ਹੈ ਨਹੀਂ, ਤੇ ਫਿਰ ਕਿਵੇਂ ਭਾਈ ਕਿਰਪਾ ਨੂੰ ਪ੍ਰਾਪਤ ਕਰੀਏ? ਕਿਰਪਾ ਪ੍ਰਾਪਤ ਕਰਨ ਲਈ ਸਾਧ ਸੰਗਤ ਜੀ ਸਭ ਤੋਂ ਵੱਡੀ ਗੱਲ ਹੈ ਕਿ ਮਨ ਅੰਦਰ ਤੁਹਾਡੇ ਹੋਣਾ ਚਾਹੀਦਾ ਗੁਰੂ ਪਾਤਸ਼ਾਹ ਜੀ ਦੇ ਲਈ ਇੱਕ ਭਰੋਸਾ, ਇੱਕ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਇੱਕ ਵਿਸ਼ਵਾਸ, ਇੱਕ ਤੁਹਾਡੀ ਭਾਵਨਾ। ਭਾਵ ਬਿਨ ਭਗਤ ਨਾ ਹੋਈ ਤੇਰੀ, ਕਿਉਂਕਿ ਭਾਵ ਬਿਨ ਭਗਤੀ ਨਹੀਂ ਹੈ। ਤੇ ਫਿਰ ਜਦੋਂ ਸਾਡੇ ਅੰਦਰ ਭਾਵਨਾ ਹੀ ਨਹੀਂ, ਗੁਰੂ ਜੀ ਦੇ ਪ੍ਰਤੀ ਭਰੋਸਾ ਹੀ ਨਹੀਂ, ਗੁਰੂ ਜੀ ਦੇ ਪ੍ਰਤੀ ਦ੍ਰਿੜ ਪਾਈ ਵਿਸ਼ਵਾਸ ਹੀ ਨਹੀਂ, ਤਾਂ ਕਿਵੇਂ ਅਸੀਂ ਕਿਰਪਾ ਦੇ ਪਾਤਰ ਬਣਾਂਗੇ? ਸੋ ਕਿਰਪਾ ਦੇ ਪਾਤਰ ਜੇ ਕਰਕੇ ਬਣਨਾ ਤਾਂ ਗੁਰੂ ਤੇ ਉੱਤੇ ਸਾਧ ਸੰਗਤ ਜੀ ਭਰੋਸਾ ਰੱਖਣਾ ਜ਼ਰੂਰੀ ਹੈ। ਤੇ ਭਰੋਸਾ ਕਿਵੇਂ ਰੱਖਣਾ? ਭਰੋਸਾ ਇਵੇਂ ਰੱਖਣਾ ਕਿ ਜੋ ਕੁਛ ਭਾਈ ਮੇਰੇ ਨਾਲ ਹੋਵੇਗਾ ਜਾਂ ਜੋ ਕੁਛ ਵਰਤੇਗਾ ਉਹ ਸਭ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਅੰਦਰ ਹੀ ਵਰਤੇਗਾ, ਗੁਰੂ ਪਾਤਸ਼ਾਹ ਜੀ ਦੇ ਆਗਿਆ ਅੰਦਰ ਹੀ ਵਰਤੇਗਾ। ਜਦੋਂ ਭਾਈ ਇਹੋ ਜੀ ਗੱਲ ਹਿਰਦੇ ਅੰਦਰ ਆ ਜਾਵੇ ਤਾਂ ਉਸੇ ਸਮੇਂ ਗੁਰੂ ਜੀ ਕਿਰਪਾ ਕਰ ਦਿੰਦੇ ਹਨ। ਤੇ ਫਿਰ ਜਿਸ ਦੇ ਉੱਤੇ ਗੁਰੂ ਜੀ ਦੀ ਵੱਡੀ ਕਿਰਪਾ ਹੋਈ ਹੈ ਉਹ ਭਾਈ ਗੁਰੂ ਪਾਤਸ਼ਾਹ ਜੀ ਦੇ ਦਇਆ ਦਾ ਪਾਤਰ ਬਣ ਗਿਆ। ਦਿਆਲੂ ਸਤਿਗੁਰੂ ਜੀ ਦੇ ਸੁਭਾਅ ਦੇ ਮੁਤਾਬਕ ਗੁਰੂ ਜੀ ਨੇ ਜਦੋਂ ਦਇਆ ਕਰ ਦਿੱਤੀ ਤਾਂ ਨਾਮ ਦੀਆਂ ਦਾਤਾਂ ਉਸ ਨੂੰ ਪ੍ਰਾਪਤ ਹੋਈਆਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਅੰਦਰ ਸਾਧ ਸੰਗਤ ਜੀ ਇਹੋ ਹੀ ਸੇਧ ਦੇ ਰਹੇ ਸਨ ਕਿ ਭਾਈ ਪੁਰਖਾ ਉਹਦੇ ਨਾਮ ਨਾਲ ਜਦੋਂ ਤੂੰ ਜੁੜੇਗਾ ਤੇ ਸੱਚਾ ਨਾਮ ਦਾ ਰੰਗ ਚੜੇਗਾ ਤਾਂ ਮਾਇਆ ਦੇ ਰੰਗ ਭਾਈ ਫਿਰ ਫਿੱਕੇ ਨਜ਼ਰ ਆਉਣਗੇ। ਸੋ ਜੇ ਕਰਕੇ ਸਾਧ ਸੰਗਤ ਜੀ ਸੰਸਾਰ ਤੋਂ ਬਚਣਾ ਚਾਹੁੰਦੇ ਹੋ, ਇਹਨਾਂ ਮਾਇਆ ਨੂੰ ਨਿਰਵਿਰਤ ਕਰਨਾ ਚਾਹੁੰਦੇ ਹੋ, ਤਾਂ ਭਾਈ ਉਸ ਦੇ ਨਾਮ ਨਾਲ ਜੁੜੋ ਤਾਂ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਮੁਤਾਬਕ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਹੋ ਸਕਣ। ਇੰਨੀ ਕੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀ। ਜੇ ਕਰਕੇ ਬਚਨ ਕੋਈ ਚੰਗਾ ਲਗੇ ਤਾਂ ਬਚਨ ਗੁਰੂ ਕਾ ਜਾਣ ਕਰਕੇ ਹਿਰਦੇ ਅੰਦਰ ਵਸਾਉਣਾ, ਤੇ ਗਲਤੀਆਂ ਤੇ ਪੁੱਲਾਂ ਚੁੱਕਾਂ ਮੇਰੀਆਂ ਜਾਣ ਕਰਕੇ ਜੀ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ। ਖਿਮਾ ਦੀ ਜਾਚ ਬਖਸ਼ਣੀ, ਖਿਮਾ ਬਖਸ਼ਣਾ। ਅਖੀਰ ਲਿਆ ਪਾਈ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। गुर रंगे से भय निहाल, कहो नानक गुर भय है दयाल। वाहेगुरु जी का खालसा, वाहेगुरु जी की फतेह।